नहीं। ट्रेडिंग का नहीं सर, डाउट बहुत ज्यादा ने। हाँ जी, ट्रेडिंग का नहीं चल रही, पर डाउट बहुत ज्यादा ने। ओके डाउट्स नहीं, डाउट आप क्लियर कर लेते हैं, दसो की डाउट है जी। एक ना हिंदुस्तान यूनिलीवर ਦੀ ਮੈਂ ਕੱਲ ਚੈੱਕ ਕਰ ਰਿਹਾ ਸੀਗਾ ਬੈਲੈਂਸ ਸ਼ੀਟ। हाँ जी, ਉਹਦੇ ਜਿਹੜੀ ਨੈਟਵਰਕ ਆ ਲਾਇਬਿਲਿਟੀ ਦੇ ਬਰਾਬਰ ਆ ਰਹੀ ਹੈ ਤੇ ਡੈਟ ਵੀ ਦਿੱਤੇ ਹੋਏ ਆ। ओके जी। ਇਹਨੂੰ ਆਪਾਂ ਕਿਸ ਹਿਸਾਬ ਨਾਲ ਦੇਖਾਂਗੇ? हिंदुस्तान यूनिलीवर की गल कर रहे हो? ਹਾਂਜੀ। एक मिनट जी, मैं खोल रहे हैं फिर आप देखते हैं। विकी विक्की क्लास लगा रहे हो? हाँ जी सर, आप देखा जी हिंदुस्तान यूनिलीवर ਦੇ ਵਿੱਚ ਹੁਣ ਦੱਸੋ ਸਰ ਕੀ ਡਾਊਟ ਕਹਿ ਰਹੇ ਸੀਗੇ ਜੀ ਤੁਸੀਂ ਹਿੰਦੁਸਤਾਨ यूनिलीवर ਚ ਆਪਣਾ ਕੀ ਆ ਰਿਹਾ ਜੀ? ਇਹਦੀ ਨਾ ਟੋਟਲ ਲਾਇਬਿਲਿਟੀ ਨੈਟਵਰਕ ਦੇ ਬਰਾਬਰ ਲਗਭਗ ਦਿਖਾ ਰਿਹਾ ਤੇ ਡੈਟ ਨਹੀਂ ਦਿੱਤੇ ਹੋਏ ਇਹਦੇ। हाँ जी सर, ਇਹਦੇ ਚ ਡੈਟ ਹੋਏਗਾ ਹੀ ਨਾ। ਹਿੰਦੁਸਤਾਨ यूनिलीवर ਦੇਖੋ ਜੇ ਡੈਟ ਹੁੰਦੇ ਆ ਤਾਂ ਉਹ ਆਪਾਂ ਨੂੰ ਸ਼ੋ ਹੋ ਜਾਂਦੇ ਆ, ਅਦਰਵਾਈਜ਼ ਮੰਨ ਲਓ ਲਾਸਟ 5 ਇਅਰਸ ਤੋਂ ਇਹਨਾਂ ਦੇ ਉੱਪਰ ਕੋਈ ਵੀ ਡੈਟ ਨਹੀਂ ਹੈਗਾ ਗਾ, ਇਹਦੇ ਉੱਪਰ ਇਹਦਾ ਯਾਨੀ ਕਿ ਕੰਪਨੀ ਦਾ ਕੋਈ ਡੈਟ ਹੀ ਨਹੀਂ ਹੈਗਾ। ਫਿਰ ਆਪਾਂ ਜਿਹੜੀ ਲਾਇਬਿਲਿਟੀ ਨੈਟਵਰਕ ਦੇ ਲਗਭਗ ਬਰਾਬਰ ਕਰ ਰਿਹਾ ਉਹਨੂੰ ਕਿਸ ਵੇ ਨਾਲ ਦੇਖਾਂਗੇ? ਸਰ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਨੈਟਵਰਕ ਤੇ ਉਹਦੀ ਲਾਇਬਿਲਿਟੀ ਦੇ ਵਿੱਚ, ਹੈ ਨਾ, ਤਾਂ ਨਾਰਮਲੀ ਕੀ ਹੁੰਦਾ ਹੈਗਾ, ਕਿਸੇ ਵੀ ਕੰਪਨੀ ਦੀ ਕਿ ਨੈਟਵਰਕ ਆ ਉਹਦੀਆਂ ਲਾਇਬਿਲਿਟੀਆਂ ਕੰਪਨੀ ਕਿੰਨੇ ਦੀ ਹੈ ਉਹ ਠੀਕ ਹੈ, ਉਹ ਇਸ ਤੋਂ ਬਾਅਦ ਉਹ ਚ ਪ੍ਰੋਫਿਟ ਕਿੰਨਾ ਕਮਾ ਰਹੀ ਹੈ ਜਾਂ ਉਹਦੀ ਸੇਲਸ ਟਰਨਓਵਰ ਕਿੰਨੀ, ਉਹਦੀ ਲਾਇਬਿਲਿਟੀਆਂ ਕਿੰਨੀਆਂ ਹੋ ਰਹੀਆਂ ਨੇ। ਤਾਂ ਨਾਰਮਲੀ ਕੀ ਹੁੰਦਾ ਕਿ ਜਿੰਨਾ ਆਪਾਂ ਕਰਦੇ ਹਾਂ ਕਿ ਜਿੰਨੇ ਕੰਪਨੀ ਦੇ ਐਸੈਟਸ ਨੇ ਸਾਰਿਆਂ ਨੂੰ ਲਾ ਕੇ ਆਪਾਂ ਇੱਕ ਨੈਟਵਰਕ ਬਣਾ ਲਈ। ਚਲੋ ਮੈਂ ਇੱਕ ਬੇਸਿਕ ਐਗਜ਼ਾਮਪਲ ਦਿੰਦਾ, ਮੰਨ ਲਓ ਮੇਰੇ ਕੋਲ 100 ਰੁਪਏ ਆਏ, ਹੁਣ ਉਹ 100 ਰੁਪਏ ਜੋ ਕੀ ਕੀਤਾ ਕਿ ਮੈਂ 40 ਰੁਪਏ ਖਰਚ ਕਰਤੇ, ਠੀਕ ਹੈ, ਮੇਰੇ ਕੋਲ 60 ਰੁਪਏ ਰਹਿ ਗਏ। 100 ਰੁਪਇਆ ਸੀ, ਮੈਂ ਉਹ 40 ਰੁਪਏ ਖਰਚ ਕਰਤੇ, ਮੈਂ ਮੰਨ ਲਓ 40 ਰੁਪਏ ਦੀ ਕੋਈ ਚੀਜ਼ ਲੈ ਆਂਦੀ, ਅਸਲ ਚ ਕੀ ਹੋਏਗਾ 40 ਰੁਪਏ ਵੀ ਇੱਕ ਸਾਈਡ ਤੇ ਤਾਂ ਮੈਂ ਖਰਚ ਕੀਤੀ ਆ ਉਹ, ਠੀਕ ਹੈ, ਪਰ ਉਹਦੇ ਨਾਲ ਮੇਰੀ ਕੋਈ ਐਸੈਟ ਬਣ ਗਿਆ ਤੇ ਇਸ ਕਰਕੇ ਉਹ ਮੇਰਾ ਬਰਾਬਰ ਰਿਕਵਰ ਹੋ ਜਾਂਦਾ ਕਿ ਪਹਿਲਾਂ ਮੇਰੇ ਕੋਲ 100 ਰੁਪਇਆ ਸੀ, ਹੁਣ ਮੇਰੇ ਕੋਲ 60 ਰੁਪਏ ਰਹਿ ਗਏ ਪਲੱਸ ਨਾਲ ਕੋਈ ਚੀਜ਼ ਆ ਗਈ। ਮਤਲਬ ਇਹਨੂੰ ਆਪਾਂ ਐਜ਼ ਅ ਪੋਜ਼ਿਟਿਵ ਦੇਖ ਸਕਦੇ ਹਾਂ। ਹਾਂਜੀ, ਮੰਨ ਲਓ ਮੈਂ ਕਹਿੰਦਾ 100 - 70 = 30, ਦੱਸੋ ਹਿਸਾਬ ਬਰਾਬਰ ਸਹੀ ਰਲਦਾ ਕਿ ਨਹੀਂ ਰਲਦਾ ਆਪਣਾ? ਹਾਂਜੀ ਹਾਂਜੀ ठीक है ना, मैथमेटिक्स ਆਪਾਂ ਟਰਮ ਦੇ ਵਿੱਚ ਗੱਲ ਕਰਦੇ ਹਾਂ ਕਿ 100 - 30 ਕਰਤਾ -40 ਕਰਤਾ, तो बैलेंस ਤਾਂ ਆਪਣਾ ਬਣਿਆ ਰਹੂਗਾ ਨਾ। ਹਾਂਜੀ ਸਰ। ਸਰ ਇੱਕ ਡਾਊਟ ਸੀਗਾ ਹਾਂਜੀ ਸਰ, ਜਿਹੜਾ ਸਰ ਤੁਸੀਂ ਕੱਲ ਸਮਝਾਇਆ ਸੀ ਸਟਾਕ ਐਡਜਸਟਮੈਂਟ, ਹਾਂਜੀ ਤੇ ਸਰ ਉਦੋਂ ਪਹਿਲੇ ਸਮਝਾਇਆ ਸੀ ਲੋਨ ਐਡਵਾਂਸ, ਸਰ ਇਹਨਾਂ ਥੋੜਾ ਥੋੜਾ ਕਨਫਿਊਜ਼ ਰਹਿੰਦਾ ਦਾ ਆਪਸ ਦੇ ਵਿੱਚ ਲਿੰਕ ਕਿੰਨਾ ਕਰਨੇ ਦਾ। ਦੱਸੋ ਸਰ ਕੀ ਤੁਹਾਨੂੰ ਕੀ ਲੱਗ ਰਿਹਾ ਜੀ ਇਹਦੇ ਵਿੱਚ? ਸਰ ਉਹੀ ਸਰ, ਮੈਂ ਜਿਵੇਂ ਇੱਥੇ ਦੇਖਿਆ ਸੀ ਜਿਵੇਂ ਕੰਪਨੀ ਕੋਲ ਜਿਵੇਂ ਪਹਿਲਾਂ ਪੈਸਾ ਆ ਜਾਂਦਾ ਤੇ ਸਮਾਨ ਬਾਅਦ ਚੋਂ ਵੇਚਦੀ ਹੈ, ਸਰ ਉਹ ਕਿਹਦੇ ਵਿੱਚ ਸੀਗਾ ਸਰ, ਉਹ ਥੋੜਾ ਕਨਫਿਊਜ਼ ਆ। ਸਰ ਦੇਖੋ ਜੀ ਜਿਹੜਾ ਆਪਾਂ ਕੀਤਾ ਸੀਗਾ ਸਟਾਕ ਐਡਜਸਟਮੈਂਟ, ਉਹਦੇ ਵਿੱਚ ਉਹਦਾ ਮਤਲਬ ਕੀ ਹੈਗਾ ਕਿ ਕੰਪਨੀ ਕੋਲੇ ਪੈਸਾ ਆ ਚੁੱਕਿਆ ਹੈਗਾ, ਠੀਕ ਹੈ, ਬਟ ਹਜੇ ਉਹਦਾ ਸਟਾਕ ਗਿਆ ਨਹੀਂਗਾ, ਕੰਪਨੀ ਕੋਲੇ ਆਲਰੇਡੀ ਆਪਾਂ ਪੈਸਾ ਉਹਦਾ ਲੈ ਲਿਆ ਹੈਗਾ ਤੇ ਜਿਹੜਾ ਉਹਦਾ ਸਮਾਨ ਹੈ ਉਹ ਰੈਡੀ ਪਿਆ ਹੈਗਾ ਤੇ ਉਹ ਹਜੇ ਤੱਕ ਉਹਨੇ ਭੇਜਿਆ ਨਹੀਂ, ਉਹਨੂੰ ਐਡਵਾਂਸ ਪੇਮੈਂਟ ਆ ਚੁੱਕੀ ਹੈ। ਜਦੋਂ ਫਿਰ ਆਪਾਂ ਗੱਲ ਕਰਦੇ ਹਾਂ ਲੋਨ ਐਂਡ ਐਡਵਾਂਸਸ ਦੀ,
ਹਾਂਜੀ ਸਰ। ਓਕੇ, ਜਦੋਂ ਆਪਾਂ ਗੱਲ ਕਰ ਇੱਕ ਮਿੰਟ, ਤੁਸੀਂ ਦੋ ਆਈਡੀ ਤੋਂ ਐਂਟਰ ਕੀਤਾ ਹੋਇਆ ਜੀ ਰਵਿਸ਼? ਸਰ ਮੋਬਾਈਲ ਤੇ ਜਿਵੇਂ ਆਡੀਓ ਵਗੈਰਾ ਸੁਣਦਾ ਵਾਂ, ਹਾਂਜੀ ਤੇ ਸਰ ਕੰਪਿਊਟਰ ਤੇ ਸਰ ਕੰਪਿਊਟਰ ਤੇ ਵੀ ਚਲਾਇਆ ਹੋਇਆ ਸਰ, ਮੋਬਾਈਲ 'ਚ ਵੀ। ਨਹੀਂ, ਇੱਕ ਆਈਡੀ ਤੋਂ ਐਂਟਰ ਕਰੋ। ਸਰ ਆਏ ਆ ਸਰ, ਜਿਵੇਂ ਕੰਪਿਊਟਰ 'ਤੇ ਮੈਂ ਸਕਰੀਨ ਦੇਖ ਰਿਹਾ, ਮੋਬਾਈਲ 'ਚ ਇਕੱਲੀ ਆਡੀਓ ਵਗੈਰਾ ਤੇ ਹੈਡਫੋਨ ਚੱਲ ਨਹੀਂ ਰਿਹਾ। ਨਹੀਂ ਨਹੀਂ, ਇਦਾਂ ਨਹੀਂ ਹੁੰਦਾ ਗਾ। ਠੀਕ ਹੈ ਸਰ। ਚਲੋ, ਤੇ ਜਦੋਂ ਆਪਾਂ ਗੱਲ ਕੀਤੀ ਸੀ ਲੋਨ ਐਂਡ ਐਡਵਾਂਸ, ਦੇਖੋ ਸਟਾਕ ਐਡਜਸਟਮੈਂਟ ਚ ਕੀ ਸੀਗਾ ਕਿ ਸਟਾਕ ਉਹਨਾਂ ਦਾ ਰੈਡੀ ਹੈ, ਪਰ ਹਜੇ ਆਪਾਂ ਨੂੰ ਦਿੱਤਾ ਨਹੀਂਗਾ, ਆਪਾਂ ਉਹਨਾਂ ਤੋਂ ਪੈਸੇ ਲੈ ਲਏ ਹੈਗੇ ਆ, ਠੀਕ ਹੈ। ਪਰ ਹਾਂਜੀ ਸਰ। ਜਿਹੜਾ ਆਪਾਂ ਲੋਨ ਐਂਡ ਐਡਵਾਂਸਸ ਕੀਤਾ ਸੀ, ਉਹਦਾ ਮਤਲਬ ਕੀ ਸੀਗਾ ਕਿ ਆਪਾਂ ਕਿਸੇ ਬੰਦੇ ਤੋਂ ਪਹਿਲਾਂ ਹੀ ਐਡਵਾਂਸ ਫੜ ਲਿਆ, ਸਟਾਕ ਵੀ ਨਹੀਂ ਹਜੇ ਉਹਦਾ ਬਣਾਇਆ ਨਹੀਂਗਾ, ਦਿੱਤਾ ਨਹੀਂਗਾ, ਆਪਣੇ ਕੋਲੇ ਸਟਾਕ ਆ ਗਿਆ ਹੈਗਾ। ਹਾਂਜੀ ਸਰ। ਤੁਸੀਂ ਕੀ ਕੀਤਾ, ਪੇਮੈਂਟ ਦੇ ਦਿੱਤੀ, ਪਰ ਹਜੇ ਸਰਵਿਸ ਲੈਣੀ ਹੈ, ਠੀਕ ਹੈ ਸਰ। ਉਸੇ ਐਡਵਾਂਸਮੈਂਟਸ। ਠੀਕ ਹੈ। ਸਰ ਜੇ ਸਟਾਕ ਐਡਜਸਟਮੈਂਟਸ ਮਾਈਨਸ ਚ ਹੋਣ, ਉਸ ਦਾ ਮਤਲਬ ਫਿਰ? ਸਰ ਇਸ ਦਾ ਮਤਲਬ ਇਹ ਹੋਗਾ ਕਿ ਇਹ ਕੰਪਨੀ ਦਾ ਸਟਾਕ ਵਿਕਿਆ ਹੀ ਨਹੀਂ ਜੀ, ਕਿਉਂ ਪਿਆ ਰਹਿ ਗਿਆ। ਜਿਵੇਂ ਆਪਾਂ ਕੱਲ ਦੇਖਿਆ ਸੀ ਪੀਡੀਲਾਈਟ ਦੇ ਵਿੱਚ ਕੀ ਹੋਇਆ ਕਿ ਜਦੋਂ ਕਰੋਨਾ ਆਇਆ ਤਾਂ ਉਹਨਾਂ ਦਾ ਸਟਾਕ ਵਿਕਿਆ ਹੀ ਨਹੀਂ, ਕਹ ਲੋ ਐਕਸਪਾਇਰ ਹੋ ਗਿਆ ਜਾਂ ਪਿਆ ਰਹਿ ਗਿਆ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਫਿਰ ਮਾਈਨਸ ਕਰਦੇ ਇਹ ਹਾਂ। ਫਿਰ ਇੱਕ ਨੈਗੇਟਿਵ ਪੁਆਇੰਟ ਹੀ ਹੈ। ਹਾਂਜੀ ਬਿਲਕੁਲ। ਸਰ ਇੱਕ ਕੰਪਨੀ ਹੈਗੀ ਲਾਰਸਨ ਐਂਡ ਟੂਬਰੋ, ਮੈਨੂੰ ਪ੍ਰੋਨਾਂਸ ਨਹੀਂ ਕਰਨੀ ਆਉਂਦੀ ਚੰਗੀ ਤਰ੍ਹਾਂ, ਉਹਦੀ ਨਾ ਕਾਰਪੋਰੇਟ ਜਿਹੜਾ ਆਪਣਾ ਕਿਹੜਾ ਸੀਗਾ ਕਾਰਪੋਰੇਟ ਡਿਵੀਡੈਂਡ ਟੈਕਸ ਆ, ਉਹ ਇਸ 2021 ਚ ਦਿੱਤਾ ਹੋਇਆ, 2020 ਚ ਨਹੀਂ ਦਿੱਤਾ ਹੋਇਆ। ਸਟਾਕ ਰੈਡੀ ਹੈ। ਸਰ ਆਪਾਂ ਕਾਰਪੋਰੇਟ ਡਿਵੀਡੈਂਡ ਟੈਕਸ ਦੀ ਗੱਲ ਕੀਤੀ ਸੀਗੀ ਕਿ 21 ਚ ਉਹਨੇ ਲੱਗਣਾ ਹੀ ਬੰਦ ਹੋ ਗਿਆ। ਨਹੀਂ, ਉਹਨਾਂ ਨੇ 21 ਚ ਦਿੱਤਾ ਹੋਇਆ, ਪਰ 20 ਚ ਨਹੀਂ ਦਿੱਤਾ ਹੋਇਆ। ਫਿਰ ਉਹਨਾਂ ਨੇ ਡਿਵੀਡੈਂਡ ਵੀ ਨਹੀਂ ਦਿੱਤਾ ਹੋਏਗਾ। ਕਿਹੜੀ ਕੰਪਨੀ ਹੈ ਜੀ? ਲਾਰਸਨ ਐਂਡ ਟੂਬਰੋ ਕਰਕੇ ਕੁਝ ਕੰਪਨੀ ਹੈ। LNT ਹੈ। ਤਾਂ ਉਹ ਚ ਤੁਸੀਂ ਦੇਖਿਆ ਕਿ ਉਹਨਾਂ ਨੇ ਡਿਵੀਡੈਂਡ ਦਿੱਤਾ ਹੋਇਆ ਉਸ ਸਾਲ ਦਾ? ਦੇਖੋ ਜੇ ਕੋਈ ਕੰਪਨੀ ਡਿਵੀਡੈਂਡ ਦੇਗੀ ਤਾਂ ਹੀ ਉਹਦੇ ਉੱਪਰ ਟੈਕਸ ਦੇਗੀ ਨਾ, ਤੇ ਇੱਕ ਵਾਰੀ ਚੈੱਕ ਕਰ ਲਿਓ ਕਿ ਜਿਹੜੇ ਸਾਲ ਦਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਟੈਕਸ ਨਹੀਂ ਦਿੱਤਾ ਕਾਰਪੋਰੇਟ ਡਿਵੀਡੈਂਡ ਟੈਕਸ, ਤਾਂ ਇਹ ਦੇਖਿਓ ਜੋ ਕਿ ਕੀ ਉਸ ਸਾਲ ਉਹਨਾਂ ਨੇ ਡਿਵੀਡੈਂਡ ਦਿੱਤਾ ਕਿ ਨਹੀਂ ਦਿੱਤਾ। ਨਹੀਂ, ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 2021 ਚ ਉਹਨਾਂ ਨੇ ਬੰਦ ਕਰਤਾ ਹੋਇਆ ਪਿੱਛੋਂ, ਪਰ 21 ਚ ਉਹਨਾਂ ਨੇ ਟੈਕਸ ਵੀ ਦਿੱਤਾ ਹੋਇਆ ਨਾਲ। ਆਪਾਂ ਦੇਖ ਲੈਂਦੇ ਹਾਂ ਸਰ, ਕੋਈ ਗੱਲ ਨਹੀਂ। ਜੀ ਸਰ ਹਾਂਜੀ ਸਰ ਮੇਰੀ ਦੂਜੀ ਆਈਡੀ ਜੁਆਇਨ ਕਰ ਲਿਓ ਸਰ, ਮਾਲ ਹੀ ਲੈਫਟ ਕਰਨ ਲੱਗਿਆ, ਸਰ ਕੰਪਿਊਟਰ ਵਾਲੀ ਜੁਆਇਨ ਕਰ ਲਿਓ। ਤੁਸੀਂ ਇਧਰੋਂ ਐਗਜ਼ਿਟ ਕਰਕੇ ਉਧਰੋਂ ਐਂਟਰ ਕਰ ਹਾਂਜੀ ਲਓ। ਸਰ ਮੈਂ ਲੈਫਟ ਕਰ ਲਿਆ। ਠੀਕ ਹੈ ਜੀ। ਹੈਲੋ ਹਾਂਜੀ ਸਰ, ਸਟਾਕ ਐਡਜਸਟਮੈਂਟ ਜਿਹੜਾ ਮਾਈਨਸ ਤੁਸੀਂ ਦੱਸਿਆ, ਇਹਦਾ ਮਤਲਬ ਵੀ ਪੇਮੈਂਟ ਆਈ ਵੀ ਸੀ ਤੇ ਸਟਾਕ ਐਕਸਪਾਇਰ ਹੋ ਗਿਆ ਤਾਂ ਉਹ ਮਾਈਨਸ ਚ ਆਈ? ਨਹੀਂ ਜੀ ਨਹੀਂ, ਪੇਮੈਂਟ ਹੀ ਨਹੀਂ ਆਈ, ਉਹ ਸਮਾਨ ਵਿਕਿਆ ਹੀ ਨਹੀਂ ਉਹਨਾਂ ਦਾ, ਸਮਾਨ ਤਿਆਰ ਪਿਆ ਬਸ ਉਹਨਾਂ ਦਾ, ਪਰ ਵਿਕਿਆ ਨਹੀਂ, ਕਿਸੇ ਨੇ ਲਿਆ ਨਹੀਂ ਉਹਨੂੰ। ਠੀਕ ਹੈ ਸਰ। ਤੇ ਇੱਕ ਸਰ ਉਹ ਸੀਗੀ ਜਿਹੜੀ ਟੋਟਲ ਵੈਲਿਊ ਐਡੀਸ਼ਨ, ਹਾਂਜੀ ਸਰ ਉਹਦਾ ਜਿਹੜਾ ਆਪਣਾ ਫਿਗਰ ਹੈ ਸਰ, ਉਹ ਕਿਵੇਂ ਆਇਆ ਵਾ? ਸਰ ਟੋਟਲ ਵੈਲਿਊਏਸ਼ਨ ਦੀ ਫਿਗਰ ਹੁੰਦੀ ਹੈ ਜੀ ਕਿ ਆਪਾਂ ਕੀ ਕੀਤਾ, ਜਿੰਨਾ ਸਮਾਨ ਆਪਾਂ ਬਣਾ ਲਿਆ, ਠੀਕ ਹੈ ਹਨਾ, ਇਸ ਤੋਂ ਬਾਅਦ ਆਪਾਂ ਉਹਦੇ ਤੇ ਵੈਲਿਊ ਐਡ ਕੀਤੀ, ਆਪਾਂ ਉਹਦੇ ਦੇ ਉੱਪਰ ਖਰਚਾ ਕੀਤਾ ਉਹਨੂੰ ਹੋਰ ਜ਼ਿਆਦਾ, ਜਿੰਨੇ ਵੀ ਆਪਾਂ ਰॉ ਮਟੀਰੀਅਲ ਚੱਕਿਆ, ਰॉ ਮਟੀਰੀਅਲ ਦੇ ਉੱਪਰ ਆਪਾਂ ਜਿੰਨਾ ਵੀ ਖਰਚਾ ਕੀਤਾ ਉਹ ਵੈਲਿਊ ਹੈ ਉਹ। ਸਰ ਉਹ ਤਾਂ ਫਿਰ ਲਾਈਕ ਪ੍ਰੋਫਿਟ ਤੋਂ ਵੀ ਜ਼ਿਆਦਾ ਹੈ ਜੀ। ਕੋਈ ਗੱਲ ਨਹੀਂ ਸਰ, ਫਿਰ ਕੀ ਹੈ ਜੀ। ਫਿਰ ਇਹਨੂੰ ਕਿਸ ਤਰ੍ਹਾਂ ਦੇਖਾਂਗੇ ਜੀ? ਇੱਕ ਮਿੰਟ, ਕੋਈ ਗੱਲ ਨਹੀਂ, ਇੱਕ ਮਿੰਟ ਰੁਕੋ, ਆਪਾਂ ਸਾਰਾ ਕਰ ਲੈਂਦੇ ਹਾਂ। ਅੱਜ ਮੈਂ ਤੁਹਾਨੂੰ ਥੋੜਾ ਜਿਹਾ ਦੁਬਾਰਾ ਤੋਂ ਉਹਦਾ ਇੱਕ ਓਵਰਵਿਊ ਦਿੰਦਾ, ਫਿਰ ਤੁਹਾਡੇ ਕਲੀਅਰ ਹੋ ਜਾਣਗੇ ਡਾਊਟਸ। ਠੀਕ ਹੈ ਜੀ। ਠੀਕ ਹੈ। ਹੈਲੋ ਸਰ, ਐਡਮਿਟ ਕਰਿਓ ਸਰ ਮੈਨੂੰ ਸਰ ਦੂਜੀ ਆਈਡੀ ਸਰ, ਫਿਰ ਮੈਂ ਲੈਫਟ ਕਰਾਂ। ਹਾਂਜੀ ਸਰ, ਮੈਂ ਲਾਰਸਨ ਦਾ ਦੇਖ ਰਿਹਾ ਸੀਗਾ। ਹਾਂਜੀ ਲਵਿਸ਼ ਜੀ, ਪਹਿਲਾਂ ਤੁਸੀਂ ਬੋਲੋ ਕੀ ਕਹਿ ਰਹੇ ਸੀ।
ओके जी, स्क्रीन शेयर हो रही है सबनों? हाँ जी भाई हो रही। ओके, तो ਪਹਿਲਾਂ ਆਪਾਂ ਲੌਰਸਨ ਐਂਡ ਟਰਬੋ ਦਾ ਦੇਖ ਲੈਂਦੇ ਹੈਗੇ ਕੀ। ਦੇਖੋ ਆਪਾਂ ਦੇਖਿਆ ਕਿ ਹਾਂ ਬਿਲਕੁਲ ਸਹੀ ਗੱਲ ਸਰ, ਤੁਸੀਂ ਦੇਖਿਆ ਜੀ ਮਾਰਚ 20 ਦੇ ਵਿੱਚ ਕੀ ਹੋਇਆ ਕਿ ਕੰਪਨੀ ਨੇ ਡਿਵੀਡੈਂਡ ਤਾਂ ਦਿੱਤਾ ਪਰ ਉਹਦਾ ਟੈਕਸ ਨਹੀਂ ਦਿੱਤਾ। ਤਾਂ ਕਈ ਵਾਰੀ ਕੀ ਹੁੰਦਾ ਕਿ ਕੰਪਨੀ ਟੈਕਸ ਬਾਅਦ ਦੇ ਵਿੱਚ ਪੇ ਕਰ ਦਿੰਦੀ ਹੈ, ਠੀਕ ਹੈ, ਉਸ ਟਾਈਮ ਉਹਨੇ ਨਹੀਂ ਪੇ ਕੀਤਾ, ਮੇਬੀ ਜਿਵੇਂ ਨੈਕਸਟ ਈਅਰ ਪੇ ਕਰਤਾ ਉਹਨਾਂ ਨੇ। ਵੈਸੇ ਨਾਰਮਲੀ ਮੈਜੋਰਟੀ ਆਫ ਕੇਸਿਸ ਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਨਹੀਂ ਕਿ ਜਾਂ ਚਲੋ ਬੈਲੈਂਸ ਸ਼ੀਟ 'ਚ ਚੀਜ਼ ਨਹੀਂ ਹੁੰਦੀ ਗੀ ਇਦਾਂ। ਬਟ ਹਾਂ ਪਹਿਲੇ ਵਿੱਚ ਦੇਖਿਆ ਕਿ ਇਸ ਕੰਪਨੀ ਨੇ ਕੀ ਕੀਤਾ, 20 ਦੇ ਵਿੱਚ ਡਿਵੀਡੈਂਡ ਦੇਤਾ, ਇਸ ਤੋਂ ਬਾਅਦ ਇਹਨਾਂ ਨੇ ਟੈਕਸ ਨਹੀਂ ਪੇ ਕੀਤਾ। ਤਾਂ ਕੁਛ ਨਾ ਕੁਛ ਇਹਦੇ ਵਿੱਚ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਕਹਿ ਸਕਦੇ, ਬਟ ਹਾਂ ਕੰਪਨੀ ਦੀ ਕੋਈ ਐਡਜਸਟਮੈਂਟ ਹੋਏਗੀ ਜਾਂ ਕੁਛ ਉਹਨਾਂ ਨੇ ਕੋਈ ਮੰਨ ਲਓ ਸਹੂਲਤ ਲੈ ਲਈ ਗਵਰਨਮੈਂਟ ਤੋਂ ਕਿ ਅਸੀਂ ਮੇਬੀ ਅਸੀਂ ਨੈਕਸਟ ਟਾਈਮ ਪੇ ਕਰ ਦਾਂਗੇ ਜਾਂ ਕੁਝ ਇਦਾਂ ਦਾ, ਠੀਕ ਹੈ, ਜਾਂ ਮੇਬੀ ਕਿਸੇ ਪਾਸੋਂ ਡਿਬੇਟ ਹੋ ਗਿਆ ਕਿਸੇ ਚੀਜ਼ ਕਾਰਨ ਦੀ ਵਜ੍ਹਾ ਕਰਕੇ। ਤਾਂ ਉੱਥੇ ਫਿਰ ਜਦੋਂ ਆਪਾਂ ਨੂੰ ਐਨੂਅਲੀ ਰਿਪੋਰਟ ਪੜਾਂਗੇ ਤਾਂ ਉੱਥੇ ਇਹਦੇ ਵਿੱਚ ਲਿਖਿਆ ਆਏਗਾ ਕਿ ਕੰਪਨੀ ਨੇ ਇਸ ਜਿਹੜਾ ਇਹ ਵਾਲਾ ਟੈਕਸ ਦੇਣਾ ਸੀ ਜਾਂ ਤਾਂ ਨੈਕਸਟ ਈਅਰ ਤੇ ਉਹਨਾਂ ਨੇ ਕਰਤਾ ਕਿ ਨੈਕਸਟ ਈਅਰ ਪੇ ਕਰਾਂਗੇ, ਜਾਂ ਹੋ ਸਕਦਾ ਕਿ ਉਹ ਇਹ ਕਹਿੰਦੇ ਕਿ ਅਸੀਂ ਗਵਰਨਮੈਂਟ ਤੋਂ ਇਸ ਸ਼ਡਿਊਲ ਦੇ ਅੰਡਰ ਇਸ ਦਾ ਰਿਬੇਟ ਲੈ ਲਿਆ। ਕਲੀਅਰ ਜੀ? ਮਤਲਬ ਜਿਹੜਾ 21 ਚ ਇਹਨਾਂ ਨੇ ਟੈਕਸ ਦਿੱਤਾ ਮੇਬੀ ਪਿਛਲੇ ਸਾਲ ਦਾ ਹੋ ਸਕਦਾ। ਬਿਲਕੁਲ ਹੋ ਸਕਦਾ ਹੈ। ਤੇ ਹੁਣ ਵੀ ਟੈਕਸ ਲੱਗਦਾ, ਪਰ ਉਹੀ ਆਪਾਂ ਗੱਲ ਕੀਤੀ ਸੀ ਕਿ ਲੱਗਦਾ ਹੈ ਟੈਕਸ, ਪਰ ਹੁਣ ਪੇ ਕੌਣ ਕਰਦਾ? ਹੁਣ ਕੰਪਨੀ ਨਹੀਂ ਪੇ ਕਰਦੀ, ਹੁਣ ਜਿਨ੍ਹਾਂ ਨੂੰ ਡਿਵੀਡੈਂਡ ਮਿਲਦਾ ਉਹ ਲੋਕ ਪੇ ਕਰਦੇ ਆ। ਹਾਂਜੀ ਸਰ। ਹੋਰ ਦੱਸੋ ਜੀ, ਹੁਣ ਆਪਾਂ ਚੱਲੀਏ ਫਿਰ ਅੱਗੇ। हाँ जी भाई। ਕਿਸੇ ਨੂੰ ਕੋਈ ਡਾਊਟ ਹੋਵੇ ਜੀ ਇਸ ਤੱਕ? ਸਰ ਰਿਲਾਇੰਸ ਦਾ ਨਾ ਪਿਛਲੇ 17 ਤੋਂ ਲੈ ਕੇ 20 ਤੱਕ ਨਾ ਉਹਦਾ ਡੈਟ ਵਧਿਆ ਸੀਗਾ ਤੇ 21 ਵਿੱਚ ਆ ਕੇ ਘਟ ਗਿਆ। ਹਾਂਜੀ, ਤੇ ਉਹਨੂੰ ਆਪਾਂ ਪੋਜ਼ਿਟਿਵ ਚ ਲੈ ਸਕਦੇ ਕਿ ਹੁਣ ਜੇ ਘਟ ਗਿਆ ਕਿ ਪਿਛਲੇ ਸਾਲ ਦਾ ਵੀ ਆਪਾਂ ਚੈੱਕ ਕਰਾਂਗੇ ਕਿ ਕਿੱਦਾਂ ਚੱਲ ਰਿਹਾ ਹਿਸਾਬ। ਨਹੀਂ ਕੋਈ ਗੱਲ ਨਹੀਂ ਜੀ। ਨੋਰਮਲੀ ਆਪਾਂ ਦੇਖਿਆ ਕਿ ਜਿਹੜੀ ਰਿਲਾਇੰਸ ਕੰਪਨੀ ਹੈ ਨਾ ਬਹੁਤ ਵੱਡੀ ਕੰਪਨੀ ਹੈ, ਇਹਨਾਂ ਦੀ ਡੈਟ ਕਾਮਨ ਜੀ ਗੱਲ ਹੈ, ਵੱਡੀ ਕੰਪਨੀ ਹੈ, ਡੈਟ ਵੱਧਦਾ ਕਿਉਂ? ਹੁਣ ਆਪਾਂ ਇਹ ਦੇਖਿਆ ਨਾ ਰੀਜ਼ਨ ਕੀ ਰਿਹਾ ਕਿ ਰਿਲਾਇੰਸ ਦਾ ਡੈਟ ਵੱਧ ਗਿਆ। ਆਪਾਂ ਦੇਖਿਆ ਕਿ ਕਿਤੇ ਇਹਨਾਂ ਨੇ ਜੀਓ ਨੂੰ ਲਾਂਚ ਕੀਤਾ, ਉਹ ਫ੍ਰੀ ਆਫ ਕਾਸਟ ਇਹਨਾਂ ਨੇ ਸਰਵਿਸਿਜ਼ ਦਿੱਤੀਆਂ, ਠੀਕ ਹੈ। ਹਾਂਜੀ ਹਾਂਜੀ ਕੰਪਨੀ ਨੇ ਨਵੇਂ ਆਫਿਸਿਸ ਖੋਲੇ ਜੀਓ ਨੂੰ ਲੈ ਕੇ ਜਾਂ ਬਹੁਤ ਕੁਝ ਕੀਤਾ, ਜਾਂ ਫਿਰ ਕੰਪਨੀ ਦਾ ਜਦੋਂ ਕਰੋਨਾ ਦਾ ਟਾਈਮ ਪੀਰੀਅਡ ਸੀਗਾ ਉਦੋਂ ਇਹਨਾਂ ਨੂੰ ਆਬਵੀਅਸ ਹੈ ਬਹੁਤ ਸਾਰੇ ਪਾਸੋਂ ਇਹਨਾਂ ਦਾ ਮਾਈਨਸ ਗਿਆ ਹੋਏਗਾ, ਇਹਨਾਂ ਨੇ ਉਹ ਕਵਰ ਕੀਤਾ, ਠੀਕ ਹੈ। ਜਾਂ ਇਹਨਾਂ ਨੇ ਕਿਤੇ ਇਨਵੈਸਟਮੈਂਟਸ ਹੋਰ ਕਰਤੀਆਂ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਾਂ ਮੰਨ ਲਓ ਪਲਾਟ ਲੈਣਾ, ਆਪਾਂ ਅੱਧਾ ਕੁ ਪੈਸਾ ਆਪਦੇ ਵੱਲੋਂ ਦਿੱਤਾ, ਅੱਧਾ ਆਪਾਂ ਕਰਜ਼ਾ ਲੈ ਲਿਆ, ਠੀਕ। ਤਾਂ ਜੇ ਕਰਜ਼ਾ ਵਧ ਰਿਹਾ ਕੋਈ ਗੱਲ ਨਹੀਂ, ਐਡੀ ਮਾੜੀ ਗੱਲ ਨਹੀਂ ਹੈਗੀ ਗੀ, ਪਰ ਆਪਾਂ ਨੂੰ ਪਤਾ ਕਿ ਵੱਡੀਆਂ ਕੰਪਨੀ ਦੇ ਆਪਣੇ ਕਰਜ਼ੇ ਨੇ ਇਹਨੂੰ ਚੁਕਾ ਸਕਦੀ ਹੈ। ਕੰਪਨੀ ਦੇ ਆਪਾਂ ਨੈਟਵਰਕ ਦੇਖੀ ਕਿ ਇੰਨਾ ਹੈ ਕਿ ਕੰਪਨੀ ਆਪਦਾ ਕਰਜ਼ਾ ਚੁਕਾ ਸਕਦੀ ਹੈ, ਇੰਨਾ ਪ੍ਰੋਫਿਟ ਕੱਢ ਰਹੀ ਹੈ ਕਿ ਇੰਨਾ ਕਰਜ਼ਾ ਲਏਗੀ ਤਾਂ ਚੁਕਾ ਦੇਗੀ, ਤਾਂ ਓਕੇ ਹੈ, ਕੋਈ ਗੱਲ ਨਹੀਂ, ਠੀਕ ਹੈ। ਪਰ ਇਹਨਾਂ ਦਾ ਪਰ ਸਰ ਇਹਨਾਂ ਦੇ ਅਨਸਿਕਿਉਰਡ ਲੋਨ ਵੀ ਉੱਕਣੇ ਵੱਧ ਰਹੇ ਨੇ ਜਿੰਨੀ ਤੇਜ਼ੀ ਨਾਲ ਬਾਕੀ ਗਰੋਥ ਹੋ ਰਹੀ ਹੈ। ਅਨਸਿਕਿਉਰਡ ਲੋਨ ਵੀ ਸਰ ਲਗਾਤਾਰ ਵੱਧ ਰਹੇ ਨੇ। ਸਰ ਪਤਾ ਕੀ ਜਿਹੜੀ ਜਦੋਂ ਆਪਾਂ ਇਦਾਂ ਦੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ ਜਿਹੜੀਆਂ ਬਹੁਤ ਵੱਡੇ ਲੈਵਲ ਤੇ ਆ ਜਾਂਦੀਆਂ ਨੇ, ਤਾਂ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਫੇਸ ਵੈਲਿਊ ਵੀ ਵੱਧਦੀ ਰਹਿੰਦੀ ਹੈ, ਠੀਕ ਹੈ। ਆਪਾਂ ਨੂੰ ਜਿਹੜਾ ਅਨਸਿਕਿਉਰਡ ਚਲੋ ਲੋਨ ਮਿਲਦਾ ਨਾ, ਉਹ ਆਪਾਂ ਜਿਵੇਂ ਆਪਣਾ ਕ੍ਰੈਡਿਟ ਕਾਰਡ ਹੈ, ਆਪਾਂ ਦੇਖਿਆ ਕਿ ਠੀਕ ਹੈ ਕਿ ਕਿਸੇ ਬੰਦੇ ਦੀ ਸੈਲਰੀ ਹਰ ਵਾਰੀ ਵੱਧਦੀ ਜਾ ਰਹੀ ਹੈ, ਤਾਂ ਜਿਹੜਾ ਉਹਦਾ ਕ੍ਰੈਡਿਟ ਸਕੋਰ ਹੈ ਉਹ ਵੀ ਵੱਧਦਾ ਜਾ ਰਿਹਾ, ਠੀਕ ਹੈ। ਤੁਹਾਨੂੰ ਮੰਨ ਲਓ ਪਹਿਲੀ ਵਾਰੀ 40,000 ਦਾ ਕ੍ਰੈਡਿਟ ਕਾਰਡ ਇਸ਼ੂ ਹੁੰਦਾ, ਤੁਸੀਂ ਆਲਰੇਡੀ ਉਹਨੂੰ ਯੂਜ਼ ਕਰਦੇ ਰਹਿੰਦੇ ਹੋ, ਤੁਸੀਂ ਦੁਬਾਰਾ ਰੀਪੇਮੈਂਟ ਕਰਤੀ, ਥੋੜਾ ਅਗਲੀ ਵਾਰੀ ਉਹ 60,000 ਹੋ ਜਾਏਗਾ, ਤੁਸੀਂ 60,000 ਯੂਜ਼ ਕਰਕੇ ਰੀਪੇਮੈਂਟ ਕਰਤਾ, ਉਹਨਾਂ ਨੇ ਅੱਗੇ ਨੈਕਸਟ ਦੀ ਲਿਮਿਟ ਵਧਾ ਕੇ 80 ਕਰਤੀ। ਤਾਂ ਜਦੋਂ ਕੰਪਨੀ ਅੱਛਾ ਪਰਫਾਰਮ ਕਰਦੀਆਂ ਨੇ ਤਾਂ ਉਹਨਾਂ ਨੂੰ ਅਨਸਿਕਿਉਰਡ ਲੋਨ ਵੀ ਜ਼ਿਆਦਾ ਮਿਲ ਜਾਂਦੇ ਨੇ, ਇਹ 'ਚ ਕੋਈ ਉਹ ਨਹੀਂ ਹੈਗਾ। ਬਸ ਆਪਾਂ ਇਹ ਦੇਖ ਰਹੇ ਹਾਂ ਕਿ ਕੰਪਨੀ ਆਪਣਾ ਡੈਟ ਪੇ ਕਰ ਰਹੀ ਹੈ। ਹੁਣ ਆਪਾਂ ਦੇਖਿਆ ਕਿ ਇਸ ਸਾਲ ਜਦੋਂ ਆਫਟਰ ਕਰੋਨਾ ਕੰਪਨੀ ਨੂੰ ਪ੍ਰੋਫਿਟ ਹੋਇਆ ਤਾਂ ਕੰਪਨੀ ਨੇ ਆਪਣਾ ਬਹੁਤ ਸਾਰਾ ਡੈਟ ਪੇ ਕਰਤਾ। ਆਪਾਂ ਦੇਖਿਆ ਨਾ ਕਿ ਕੰਪਨੀ ਦਾ ਪ੍ਰੋਫਿਟ ਵੀ ਵਧਿਆ ਸੀ, ਕੰਪਨੀ ਦੇ ਰਿਜ਼ਰਵ ਵੀ ਵਧੇ, ਤੇ ਜਿਵੇਂ ਜਿਵੇਂ ਉਹਨਾਂ ਦਾ ਪ੍ਰੋਫਿਟ ਵਧਿਆ ਉਹਨਾਂ ਨੇ ਇਸ ਸਾਲ ਆਪਣਾ ਡੈਟ ਨੂੰ ਪੇ ਕਰਤਾ। ਇਹ ਨਹੀਂ ਕਿ ਕੰਪਨੀ ਨੇ ਜਿੰਨਾ ਪੈਸਾ ਕਮਾਇਆ ਉਹ ਸਾਰਾ ਆਪੇ ਆਪ ਰੱਖ ਲਿਆ, ਡੈਟ ਵੱਲ ਧਿਆਨ ਨਹੀਂ ਦਿੱਤਾ। ਕੰਪਨੀ ਨੇ ਡੈਟ ਪੇ ਕੀਤਾ, ਇਹ ਚੰਗੀ ਗੱਲ ਹੈ। ਠੀਕ ਹੈ ਸਰ। ਓਕੇ ਜੀ, ਹੁਣ ਆਪਾਂ ਅੱਗੇ ਚੱਲੀਏ ਜੀ। ਅੱਜ ਆਪਣਾ ਬੜਾ ਇੰਪੋਰਟੈਂਟ ਟੌਪਿਕ ਹੈ, ਆਪਾਂ ਅੱਜ ਰੇਸ਼ੋਜ਼ ਕਰਨੀਆਂ ਨੇ। ਓਕੇ, ਰੇਸ਼ੋ ਕਰਨ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਗੱਲ ਕਰਦੇ ਹਾਂ, ਸ਼ਾਇਦ ਆਪਾਂ ਪਹਿਲਾਂ ਵੀ ਕੀਤੀ ਸੀਗੀ। ਮੈਂ ਤੁਹਾਨੂੰ ਇਹ ਪੁੱਛਿਆ ਸੀਗਾ ਕਿ ਮੰਨ ਲਓ ਕੋਈ ਕੰਪਨੀ 50 ਲੱਖ ਰੁਪਇਆ ਕਮਾ ਰਹੀ ਹੈ ਔਰ ਇੱਕ ਕੰਪਨੀ ਹੈਗੀ ਹੈ ਜਿਹੜੀ 80 ਲੱਖ ਰੁਪਇਆ ਕਮਾ ਰਹੀ ਹੈ, ਚੰਗੀ ਕੰਪਨੀ ਕਿਹੜੀ ਮੰਨਾਂਗੇ ਆਪਾਂ? ਉਹਨਾਂ ਦੀ ਇਨਵੈਸਟਮੈਂਟ ਦੇ ਹਿਸਾਬ ਨਾਲ ਦੇਖਾਂਗੇ। ਹਾਂ,
ਯਾਰ ਆਪਾਂ ਦੇਖਿਆ ਕਿ ਆਪਾਂ ਸਿਰਫ ਪੈਸੇ ਦੀ ਜਾਂ ਆਪਾਂ ਵੈਲਿਊ ਦੇ ਅਕੋਰਡਿੰਗ ਨਹੀਂ ਕਰ ਲੈਣੀ ਕਿ ਸਰ ਜਿਹੜੀ 80 ਲੱਖ ਕਮਾ ਰਹੀ ਹੈ ਜੋ ਵਧੀਆ ਹੈ। ਆਪਾਂ ਗੱਲ ਕੀਤੀ ਸੀ ਮੇ ਵੀ ਕਿ ਜਿਹੜੀ 50 ਲੱਖ ਰੁਪਏ ਕੰਪਨੀ ਨੇ ਕਮਾਇਆ ਉਹਨੇ 100 ਲੱਖ ਰੁਪਏ ਲਾ ਕੇ 50 ਲੱਖ ਰੁਪਏ ਕਮਾ ਲਿਆ 100, ਠੀਕ ਹੈ। ਜਿੰਨੇ 80 ਲੱਖ ਕਮਾਇਆ ਉਹਨੇ ਮੰਨ ਲਓ 400 ਲੱਖ ਦੀ ਇਨਵੈਸਟਮੈਂਟ ਕੀਤੀ ਫਿਰ ਜਾ ਕੇ 80 ਲੱਖ ਰੁਪਏ ਕਮਾਇਆ। ਤਾਂ ਆਪਾਂ ਸਿਰਫ ਵੈਲਿਊ ਦੇ ਬੇਸਿਸ ਤੇ ਜਦੋਂ ਆਪਾਂ ਕੰਪਨੀ ਨੂੰ ਸਿਲੈਕਟ ਕਰਦੇ ਹਾਂ ਤਾਂ ਆਪਾਂ ਵੈਲਿਊ ਦੇ ਬੇਸਿਸ ਤੇ ਕੰਪਨੀ ਸਿਲੈਕਟ ਨਹੀਂ ਕਰਦੇ, ਅਸਲ 'ਚ ਆਪਾਂ ਰੇਸ਼ੋਜ਼ ਨੂੰ ਕੱਢਦੇ ਹਾਂ। ਆਪਾਂ ਵੈਲਿਊਜ਼ ਦੇਖਦੇ ਹਾਂ ਕਿ ਠੀਕ ਹੈ ਇਹ ਵੈਲਿਊਜ਼ ਹਮੇਸ਼ਾ ਵੱਧ ਰਹੀਆਂ ਨੇ, ਬੈਲੈਂਸ ਸ਼ੀਟ 'ਚ ਆਪਾਂ ਨੂੰ ਇਹ ਚੀਜ਼ ਪਤਾ ਲੱਗਦੀ ਹੈ। ਪਰ ਫਿਰ ਆਪਾਂ ਇੱਕ ਰੇਸ਼ੋ ਦੇਖਦੇ ਹਾਂ ਕਿ ਦੋ ਕੰਪਨੀਆਂ ਨੇ, ਦੋਵਾਂ ਦੀਆਂ ਰੇਸ਼ੋਜ਼ ਹਰ ਸਾਲ ਵੱਧ ਰਹੀਆਂ ਨੇ, ਪਰ ਇਸ ਦੋਵਾਂ 'ਚੋਂ ਜ਼ਿਆਦਾ ਬੈਟਰ ਕਿਹੜੀ ਹੈ? ਕਿ ਇੱਕ ਉਹ ਕੰਪਨੀ ਹੈ ਜਿਹੜੀ 100 ਰੁਪਏ ਲਾ ਕੇ 50 ਰੁਪਏ ਕਮਾ ਰਹੀ ਹੈ, ਇੱਕ ਉਹ ਕੰਪਨੀ ਹੈ ਜਿਹੜੀ 400 ਰੁਪਏ ਲਾ ਕੇ 80 ਰੁਪਏ ਕਮਾ ਰਹੀ ਹੈ। ਤੇ ਫਿਰ ਆਪਾਂ ਇਨਵੈਸਟ ਕਿਹੜੀ 'ਚ ਕਰਾਂਗੇ, 400 ਵਾਲੀ ਕੰਪਨੀ 'ਚ ਕਿ 100 ਵਾਲੀ 'ਚ? ਸਰ ਰਿਪੀਟ ਕਰਿਓ। 100 ਵਾਲੇ ਜੀ ਕਰਾਂਗੇ ਭਾਈ। ਹਾਂਜੀ ਦੇਖੋ ਸਰ ਮੈਂ ਇਹ ਗੱਲ ਕਹੀ ਹੈ, ਚਲੋ ਪਹਿਲਾਂ ਮੈਂ ਆਪਣੇ ਇਸ਼ੂਜ਼ ਦੇ ਨਾਲ ਮੈਂ ਰਿਪੀਟ ਕਰ ਦਿੰਦਾ। ਆਪਾਂ ਕੀ ਕਰਨਾ, ਆਪਾਂ ਜਦੋਂ ਬੈਲੈਂਸ ਸ਼ੀਟ ਪੜ੍ਹ ਲਈ, ਆਪਾਂ ਨੂੰ ਪ੍ਰੋਫਿਟ ਐਂਡ ਲਾਸ ਵੀ ਕੱਢ ਲਿਆ, ਆਪਾਂ ਫਿਗਰਸ ਨੂੰ ਦੇਖ ਲਿਆ, ਠੀਕ ਹੈ। ਆਪਾਂ ਅੰਕੜੇ ਦੇਖ ਕੇ ਆਪਾਂ ਫਿਗਰਸ ਦੇਖੀਆਂ ਕਿ ਠੀਕ ਹੈ ਜੀ ਇਹ ਫਿਗਰਸ ਹੈ ਹਰ ਸਾਲ ਵੱਧ ਰਹੀਆਂ ਨੇ, ਇਹ ਘਟਣੀ ਚਾਹੀਦੀ ਹੈ, ਵਧਣੀ ਚਾਹੀਦੀ ਹੈ, ਆਪਾਂ ਸਭ ਕੁਝ ਕਰ ਲਿਆ। ਪਰ ਆਪਾਂ ਇੱਕ ਰੇਸ਼ੋ ਕੱਢਦੇ ਹਾਂ। ਰੇਸ਼ੋ ਕਿੱਦਾਂ ਕੱਢਦੇ ਹਾਂ ਆਪਾਂ ਉਹ ਦੇਖੋ। ਆਪਾਂ ਰੇਸ਼ੋ ਕਿਉਂ ਕੱਢਦੇ ਹਾਂ? ਤਾਂ ਕਿ ਸਾਰੀਆਂ ਕੰਪਨੀਆਂ ਦਾ ਕੰਪੈਰੀਜ਼ਨ, ਉਹ ਮੰਨ ਲਓ ਸੈਕਟਰ ਵਾਲੀਆਂ ਜਿਹੜੀਆਂ ਕੰਪਨੀਆਂ ਹੈ, ਠੀਕ ਹੈ। ਕੋਈ ਕੰਪਨੀ ਜਿਵੇਂ ਆਪਾਂ ਕੱਲ ਪੀਡੀਲਾਈਟ ਕੀਤਾ, ਆਪਾਂ ਦੇਖਿਆ ਕਿ ਪੀਡੀਲਾਈਟ ਜਿਹੜੀ ਕੰਪਨੀ ਹੈ ਉਹ ਹਰ ਸਾਲ 100 ਰੁਪਇਆ ਲਗਾ ਕੇ 50 ਰੁਪਏ ਕਮਾ ਲੈਂਦੀ ਹੈ, ਠੀਕ ਹੈ। ਫਿਰ ਆਪਾਂ ਦੇਖਿਆ ਕਿ ਇੱਕ ਹੋਰ ਕੰਪਨੀ ਹੈ ਉਹ ਵੀ ਫੈਵੀਕੋਲ ਹੀ ਬਣਾਉਂਦੀ ਹੈ, ਪਰ ਉਹ ਕੀ ਕਰਦੀ ਹੈ, ਉਹ 80 ਰੁਪਏ ਲਗਾ ਕੇ 50 ਰੁਪਏ ਬਣਾ ਲੈਂਦੀ ਹੈ। ਤਾਂ ਆਪਾਂ ਕਿਹੜੀ ਕੰਪਨੀ 'ਚ ਇਨਵੈਸਟ ਕਰਾਂਗੇ? ਆਪਾਂ ਪੀਡੀਲਾਈਟ 'ਚ ਕਰਾਂਗੇ ਕਿ ਦੂਸਰੇ ਵਾਲੀ ਕੰਪਨੀ 'ਚ ਇਨਵੈਸਟ ਕਰਾਂਗੇ? ਜਿਹਨੇ 80 ਰੁਪਏ ਲਾ ਕੇ ਜਿਹਨੇ 80 ਰੁਪਏ ਲਾ ਕੇ 50 ਰੁਪਏ ਕਮਾਏ। ਜੇ ਆਪਾਂ ਬੈਲੈਂਸ ਸ਼ੀਟ ਦੇਖਾਂਗੇ ਤਾਂ ਦੋਵਾਂ ਦੀ ਸੇਮ ਹੈ ਕਿ ਪੀਡੀਲਾਈਟ 'ਚ ਵੀ ਫਿਗਰਸ ਵੱਧਦੀਆਂ ਜਾ ਰਹੀਆਂ, ਦੂਜੀ ਕੰਪਨੀ ਹੈ ਉਹ ਵੀ ਪ੍ਰੋਫਿਟ ਕਮਾ ਰਹੀ ਹੈ, ਉਹਦੇ ਵੀ ਜਿਹੜੀਆਂ ਫਿਗਰਸ ਆ ਵੱਧਦੀਆਂ ਜਾ ਰਹੀਆਂ ਨੇ, ਠੀਕ ਹੈ। ਤਾਂ ਹੁਣ ਆਪਾਂ ਨੂੰ ਪਤਾ ਕਿੱਦਾਂ ਲੱਗਿਆ ਕਿ ਇਹਨੇ 80 ਰੁਪਏ ਲਗਾ ਕੇ 50 ਰੁਪਏ ਕਮਾਏ, ਦੂਜੇ ਨੇ 100 ਰੁਪਏ ਲਗਾ ਕੇ 50 ਰੁਪਏ ਕਮਾਇਆ। ਉਹ ਆਪਾਂ ਰੇਸ਼ੋ ਦੇ ਬੇਸਿਸ ਤੇ ਗੱਲ ਕਰਦੇ ਹਾਂ, ਠੀਕ ਹੈ ਜੀ। ਸਭ ਤੋਂ ਪਹਿਲੀ ਰੇਸ਼ੋ ਆਪਣੇ ਕੋਲੇ ਤੇ ਸਭ ਤੋਂ ਮੋਸਟ ਇੰਪੋਰਟੈਂਟ ਰੇਸ਼ੋ ਜਿਹੜੀ ਹੈਗੀ ਆਪਣੇ ਕੋਲੇ ਉਹ ਹੈਗਾ ਡੈਟ ਟੂ ਇਕੁਇਟੀ ਰੇਸ਼ੋ, ਠੀਕ ਹੈ। ਡੈਟ ਟੂ ਇਕੁਇਟੀ ਰੇਸ਼ੋ ਦਾ ਮਤਲਬ ਕੀ ਹੈ? ਹੁਣ ਇਹਨੂੰ ਨਾਲ ਨਾਲ ਨੋਟਬੁੱਕ ਤੇ ਨੋਟ ਕਰੀ ਜਾਇਓ ਜੀ ਜ਼ਰੂਰ, ਠੀਕ ਹੈ ਜੀ, ਕਿਉਂਕਿ ਇਹ ਸਭ ਤੋਂ ਇੰਪੋਰਟੈਂਟ ਰੇਸ਼ੋਜ਼ ਨੇ ਆਪਣੇ, ਇਹਨਾਂ ਨੂੰ ਤੁਸੀਂ ਮਿਸ ਨਹੀਂ ਕਰਨਾ ਹੈਗਾ। ਡੈਟ ਟੂ ਇਕੁਇਟੀ ਜਿੱਥੇ ਸਰ ਤੇ ਥੋੜੀ ਜਿਹੀ ਸਕਰੀਨ ਦਾ ਸਾਈਜ਼ ਵੱਡਾ ਕਰਿਓ। ਸਰ ਮੇਰੇ ਕੋਲ ਤਾਂ ਫੁੱਲ ਹੈ ਜੀ ਸਕਰੀਨ ਦਾ ਸਾਈਜ਼। ਚਲੋ ਠੀਕ ਹੈ। ओके, तो फर्स्ट अपने को डी डेट टू इक्विटी रेशो। एक्चुअली मैं इसमें और बड़ा कर दूंगा ना तो फिर लेटर्स बाहर चले जाएंगे। ठीक है कोई नहीं। ओके, डेट टू इक्विटी जिथे इक्विटी है ਇਹਦਾ मतलब है नेटवर्थ, ठीक है। ਇਹ ਰੇਸ਼ੋ ਸਰ ਆਪਾਂ ਇਹ ਜਦੋਂ ਕਰਦੇ ਹਾਂ ਜੀ ਕਿ ਮੰਨ ਲਓ ਕੰਪਨੀ ਦੀ ਕੀਮਤ ਹੈ 100 ਰੁਪਏ, ਉਹਦੇ ਉੱਪਰ ਲੋਨ ਜਿਹੜਾ ਹੈਗਾ ਉਹ ਵੀ 100 ਰੁਪਏ, ਤਾਂ ਕੀ ਇਹ ਗੱਲ ਚੰਗੀ ਹੈ ਕਿ ਮਾੜੀ ਹੈ? ਮਾੜੀ ਹੈ। ਮਾੜੀ ਹੈ। ਤਾਂ ਆਪਾਂ ਇਹ ਦੇਖਦੇ ਹਾਂ ਕਿ ਜੇ ਕੋਈ ਕੰਪਨੀ 100 ਰੁਪਏ ਦੀ ਹੈ, ਜੇ ਉਹਦੇ ਤੱਕ ਵੱਧ ਤੋਂ ਵੱਧ 50 ਰੁਪਏ ਦਾ ਉਹਦੇ ਉੱਪਰ ਲੋਨ ਹੈ ਤਾਂ ਆਪਾਂ ਨੂੰ ਕਹਿ ਲਾਂਗੇ ਚਲੋ ਠੀਕ ਹੈ, ਇਟਸ ਓਕੇ, ਠੀਕ ਹੈ। ਕਿ ਜਿੰਨੀ ਕੰਪਨੀ ਦੀ ਨੈਟਵਰਥ ਹੈ, ਜਿੰਨੀ ਕੰਪਨੀ ਦੀ ਵਰਥ ਹੈ ਉਹਦੇ ਨਾਲੋਂ ਅੱਧਾ ਲੋਨ ਹੈ, ਠੀਕ ਹੈ। ਇਸੇ ਕਰਕੇ ਆਪਾਂ ਨੀਚੇ ਕੀ ਲਿਖਿਆ ਹੋਇਆ ਕਿ ਸ਼ੁੱਡ ਬੀ ਲੈਸ ਦੈਨ 0.5, ਕਿ ਜਾਨੀ ਕਿ ਜਿੰਨੀ ਕੰਪਨੀ ਦੀ ਨੈਟਵਰਥ ਆ ਉਦੋਂ ਅੱਧਾ ਲੋਨ ਹੋਣਾ ਚਾਹੀਦਾ। ਜੇ ਅੱਧੇ ਤੋਂ ਵੀ ਘੱਟ ਹੈ ਤਾਂ ਬਹੁਤ ਵਧੀਆ ਗੱਲ ਹੈ, ਪਰ 0.5 ਤੋਂ ਇਹ ਲੋਨ ਵਧਣਾ ਨਹੀਂ ਚਾਹੀਦਾ। मान लो किसी कंपनी ने 100 रुपए की कंपनी ने 100 रुपया लोन ले लिया, बाय चांस कल को कंपनी अगर लोन पे नहीं कर दी तो कंपनी की सारी वैल्यू गई, बैंक ने सारी कंपनी को आपने अंडर ले जाना है, ठीक है। जे किसी कंपनी ने 100 रुपए की कंपनी उन्हें 50 रुपए का लोन लिया होया तो एटलीस्ट ओदी अद्धी वर्थ तो बच जाएगी ना, पूरा काम तो थोड़ा बहुत चलता रहेगा, दोबारा खड़ा किया जा सकता। पर जो सारी ही कंपनी बंद होगी, सारे लोन चली गई तो अपन कुछ नहीं मिलना फिर। ਤਾਂ ਇਸ ਕਰਕੇ ਜਦੋਂ ਸਭ ਤੋਂ ਇੰਪੋਰਟੈਂਟ ਰੇਸ਼ੋਜ਼ ਦੇ ਵਿੱਚੋਂ ਇੱਕ ਰੇਸ਼ੋ ਹੈ ਇਹ ਡੈਟ ਟੂ ਇਕੁਇਟੀ ਰੇਸ਼ੋ, ਜਿਹਨੂੰ ਆਪਾਂ ਕੀ ਦੇਖਦੇ ਆ ਕਿ ਕੰਪਨੀ ਦੇ ਉੱਪਰ ਲੋਨ ਕਿੰਨਾ ਹੋਣਾ ਚਾਹੀਦਾ। ਕੋਈ ਕੰਪਨੀ ਆ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਇੱਕ ਕੰਪਨੀ ਨੇ 100 ਕਰੋੜ ਦਾ ਲੋਨ ਲਿਆ, ਦੂਜੀ ਕੰਪਨੀ ਨੇ ਵੀ ਉਹਨੂੰ ਵੇਖ ਕੇ 100 ਕਰੋੜ ਦਾ ਲੋਨ ਲੈ ਲਿਆ, ਪਰ ਇੱਕ ਕੰਪਨੀ ਦੀ ਨੈਟਵਰਥ ਹੀ 1000 ਕਰੋੜ ਸੀ, ਦੂਜੀ ਦੀ ਸਾਰੀ ਸੀਗੀ 150 ਕਰੋੜ। ਲੋਨ ਦੋਵਾਂ ਦਾ ਸੇਮ, ਆਪਾਂ ਕਹਿੰਦੇ ਜੀ ਇਹਦਾ ਵੀ ਸੇਮ ਹੈ, ਇਹਦਾ ਵੀ ਸੇਮ ਹੈ, ਪਰ ਆਪਾਂ ਦੇਖਣਾ ਨਾ ਕਿ ਲੋਨ ਜਿਹਦਾ 1000 ਦੇ ਪਿੱਛੇ 100 ਕਰੋੜ ਹੈ ਕੋਈ ਗੱਲ ਨਹੀਂ, ਪਰ ਜਿਹਦਾ 150 ਕਰੋੜ ਦੇ ਪਿੱਛੇ 100 ਕਰੋੜ ਲੋਨ ਹੀ ਹੋ ਗਿਆ
ਆਪਾਂ ਨੂੰ ਕੰਪਨੀ ਤੋਂ ਕੀ ਲੈਣਾ ਆਪਾਂ ਕਲੀਅਰ ਹੈ ਵੀ ਇੰਨੀ ਗੱਲ ਹਾਂਜੀ ਹਾਂਜੀ ਠੀਕ ਹੈ ਨੈਕਸਟ ਰੇਸ਼ੋ ਜੀ ਆਪਣੇ ਕੋਲੇ ਕਰੰਟ ਰੇਸ਼ੋ ਠੀਕ ਹੈ ਕਰੰਟ ਰੇਸ਼ੋ ਦਾ ਮਤਲਬ ਕੀ ਹੁੰਦਾ ਲਿਖ ਲਓ ਨਾਲ ਕਰੰਟ ਰੇਸ਼ੋ ਦਾ ਮਤਲਬ ਹੁੰਦਾ ਕਿ ਕੀ ਜਿਹੜੀ ਕੰਪਨੀ ਹੈ ਉਹ ਆਪਦੇ ਖਰਚੇ ਚੱਕ ਸਕਦੀ ਹੈ ਠੀਕ ਹੈ ਕਿ ਕੰਪਨੀ ਕੋਲੇ ਇੰਨਾ ਕੁ ਪੈਸਾ ਹੈ ਕਿ ਉਹ ਆਪਦੇ ਖਰਚੇ ਚੱਕ ਲੈਂਦੀ ਹੈ ਆਪਦੀ ਆਈ ਚਲਾਈ ਉਹਦੀ ਚੱਲਦੀ ਰਹਿੰਦੀ ਹੈ ਤਾਂ ਆਪਾਂ ਕੀ ਕਰਦੇ ਹਾਂ ਇਹਨੂੰ ਆਪਾਂ ਕਿਵੇਂ ਕੱਢਦੇ ਹਾਂ ਕੱਲ ਆਪਾਂ ਪੜਿਆ ਸੀ ਟੋਟਲ ਸੀਏ ਠੀਕ ਹੈ ਕਰੰਟ ਐਸੈਟਸ ਲੋਨਸ ਐਂਡ ਐਡਵਾਂਸਸ ਇਹਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ ਠੀਕ ਹੈ ਟੋਟਲ ਕਰੰਟ ਐਸੈਟਸ ਲੋਨਸ ਐਡਵਾਂਸਸ ਨੂੰ ਆਪਾਂ ਡਿਵਾਈਡ ਕਰਨਾ ਕਿਹਦੇ ਨਾਲ ਕਰਨਾ ਟੋਟਲ ਕਰੰਟ ਲਾਇਬਿਲਿਟੀਜ਼ ਐਂਡ ਪ੍ਰੋਵੀਜ਼ਨਸ ਐਸੈਟਸ ਨੂੰ ਲੋਨ ਐਂਡ ਐਡਵਾਂਸਸ ਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ ਟੋਟਲ ਕਰੰਟ ਲਾਇਬਿਲਿਟੀਜ਼ ਤੇ ਪ੍ਰੋਵੀਜ਼ਨਸ ਤਾਂ ਇਹ ਜਿਹੜੀ ਵੈਲਿਊ ਹੈ ਇਹ ਤੁਹਾਡੀ ਮੋਰ ਦੈਨ 1.33 ਹੋਣੀ ਚਾਹੀਦੀ ਹੈ ਜੇ ਇਹ ਵੈਲਿਊ 1.33 ਤੋਂ ਜ਼ਿਆਦਾ ਆਉਂਦੀ ਹੈ ਤਾਂ ਆਪਾਂ ਉਹਨੂੰ ਵਧੀਆ ਮੰਨਦੇ ਆ ਚੰਗਾ ਮੰਨਦੇ ਆ ਕਿ ਕੰਪਨੀ ਕੋਲੇ ਇੰਨਾ ਕੁ ਪੈਸਾ ਹੈਗਾ ਕਿ ਘੱਟੋ ਘੱਟ ਉਹ ਆਪਦੇ ਖਰਚੇ ਆਪ ਚੱਕ ਲੇਗੀ ਕੋਈ ਡਾਊਟ ਜੀ ਕਿਸੇ ਦਾ ਜੇ ਸਰ ਪੂਰੀ 1.33 ਆਵੇ ਕਿਵੇਂ ਜੀ 1. ਹਾਂ ਕੋਈ ਗੱਲ ਨਹੀਂ 1.33 ਪੂਰਾ ਕੇ ਤਾਂ ਵੀ ਕੋਈ ਗੱਲ ਨਹੀਂ ਸਰ ਠੀਕ ਹੈ ਜੀ ठीक है थोड़ा बहुत तो देखो आप ये तो नहीं कह सकते कि हमेशा 1.33 तो ऊपर ही होगा या 1.33 हमेशा होगा मे भी हो सकता है कि 1.3 2.9 आ गया हम भी अपन कंसीडर करेंगे चलो कोई गल नहीं ਆਪਾਂ ਉਹ ਲਕੀਰ ਦਾ ਫੇਰ ਨਹੀਂ ਬਣਨਾ ਨਾ ਹਾਂ ਆਪਾਂ ਨੂੰ ਆਪਾਂ ਇੱਕ ਜਨਰਲ ਜੀ ਵੈਲਿਊ ਦੀ ਗੱਲ ਕੀਤੀ ਹੈ ਕਿ ਹਾਂਜੀ ਠੀਕ ਹੈ ਕਿ ਜਿਹੜੀ ਵੈਲਿਊ ਕਾਮਨ ਸੀ ਇੱਕ ਰਫਲੀ ਆਈਡੀਆ ਕਿ 1.33 ਤੋਂ ਉੱਪਰ ਹੋਣੀ ਚਾਹੀਦੀ ਹੈ ਠੀਕ ਤੇ ਇਹਦਾ ਮਤਲਬ ਕੀ ਹੈ ਇਸ ਰੇਸ਼ੋ ਦਾ ਕਿ ਕੰਪਨੀ ਆਪਦੇ ਖਰਚੇ ਆਪੇ ਚੱਕ ਸਕਦੀ ਹੈ ਜਾਂ ਨਹੀਂ ਚੱਕ ਸਕਦੀ ਕੋਈ ਡਾਊਟ ਜੀ ਕਿਸੇ ਦਾ ਨਹੀਂ ਸਰ ਚਲੋ ਅੱਗੇ ਕਰੀਏ ਹਾਂਜੀ ਸਰ फिर आ जाती क्विक रेशो हम क्विक रेशो का मतलब की है इन्हें भी नाल लिख लो कि बाय चांस कंपनी का सामान नहीं भी बिकदा ते बाय चांस जे कंपनी का सामान नहीं बिकदा तां भी कंपनी कोले की इन्ना पैसा है कि ਉਹਦਾ ਖਰਚਾ ਚੱਕ ਲੂਗੀ ਜਿਵੇਂ ਕੋਰੋਨਾ ਆਇਆ ਬਹੁਤ ਸਾਰੀਆਂ ਕੰਪਨੀਆਂ ਦਾ ਸਮਾਨ ਨਹੀਂ ਵਿਕਿਆ ਤੇ ਕਿਤੇ ਇਹ ਤਾਂ ਨਹੀਂ ਹੋਇਆ ਕਿ ਕੋਰੋਨਾ 'ਚ ਉਹ ਸਮਾਨ ਵਿਕਿਆ ਨਹੀਂ ਤੇ ਕੰਪਨੀ ਬੰਦ ਹੋ ਗਈ ਠੀਕ ਹੈ ਤੇ ਇਹਦੇ 'ਚ ਆਪਾਂ ਕੀ ਕਰਦੇ ਹਾਂ ਟੋਟਲ वही पिछले वाला फार्मूला ही है टोटल करंट एसेट्स लोन्स एंड एडवांसेस माइनस इन्वेंटरी कि ਜਿਹੜਾ ਉਹਦਾ ਸਮਾਨ ਸੀਗਾ ਸਮਾਨ ਆਪਾਂ ਨੂੰ ਮਾਈਨਸ ਕਰਤਾ ਸਮਾਨ ਮਾਈਨਸ ਕਰਨ ਦੇ ਬਾਵਜੂਦ ਜਿਹੜਾ ਵੀ ਖਰਚੇ ਆ ਗਏ ਫਿਰ ਟੋਟਲ ਕਰੰਟ ਲਾਇਬਿਲਿਟੀਜ਼ ਐਂਡ ਪ੍ਰੋਵੀਜ਼ਨਸ ਉਹਦੇ ਨਾਲ ਆਪਾਂ ਡਿਵਾਈਡ ਕੀਤਾ ਤੇ ਇਹ ਵੈਲਿਊ ਜਿਹੜੀ ਹੈ ਇਹ ਸ਼ੁੱਡ ਬੀ ਮੋਰ ਦੈਨ 1 ਇੱਕ ਤੋਂ ਉੱਪਰ ਹੋਣੀ ਚਾਹੀਦੀ ਹੈ ਇੱਕ ਹੋ ਜੇ ਜਾਂ ਇੱਕ ਤੋਂ ਉੱਪਰ ਹੋ ਜੇ ਠੀਕ ਹੈ ਜਿਹੜੀ ਕਰੰਟ ਰੇਸ਼ੋ ਸੀ ਉਹ ਆਪਣੀ 1.33 ਤੋਂ ਉੱਪਰ ਹੋਣੀ ਚਾਹੀਦੀ ਹੈ ਇਹਦੇ ਚ ਆਪਾਂ ਕੀ ਦੇਖਿਆ ਕਿ ਜੇ ਬਾਈ ਚਾਂਸ ਕੰਪਨੀ ਦਾ ਸਮਾਨ ਵੀ ਨਾ ਵਿਕੇ ਤਾਂ ਵੀ ਕੰਪਨੀ ਆਪਦਾ ਖਰਚਾ ਚੁੱਕ ਲੇਗੀ ਹਾਂ ਜੇ ਉਹ ਇੱਕ ਤੋਂ ਉੱਪਰ ਆ ਰਹੀ ਹੈ ਰੇਸ਼ੋ ਤਾਂ ਇਹਦਾ ਮਤਲਬ ਹੈ ਕਿ ਕੰਪਨੀ ਆਪਦਾ ਇੰਨਾ ਕੁ ਭਾਰ ਹੈਗਾ ਉਹਦੇ ਕੋਲ ਇੰਨਾ ਕੁ ਪੈਸਾ ਹੈਗਾ ਕਿ ਕੰਪਨੀ ਆਪਦਾ ਜਿਹੜਾ ਖਰਚਾ ਚੱਕ ਸਕਦੀ ਹੈ ਕਲੀਅਰ ਇਹ ਆਪਾਂ ਪਹਿਲਾਂ ਤਿੰਨ ਰੇਸ਼ੋਸ ਕੀਤੀਆਂ ਇਹ ਬਹੁਤ ਇੰਪੋਰਟੈਂਟ ਨੇ ਜਦੋਂ ਵੀ ਆਪਾਂ ਕਿਸੇ ਜਿਵੇਂ ਆਪਾਂ ਪਹਿਲਾਂ ਬੈਲੈਂਸ ਸ਼ੀਟ 'ਚ ਤਿੰਨ ਚੀਜ਼ਾਂ ਮੇਨਸ ਕੀਤੀਆਂ ਸੀ ਫਿਰ ਇਹ ਤਿੰਨ ਚੀਜ਼ਾਂ ਰੇਸ਼ੋਸ ਦੇ ਵਿੱਚ ਮੇਜਰ ਆ ਜਾਂਦੀਆਂ ਨੇ ਕਿ ਕੰਪਨੀ ਦੇ ਉੱਪਰ ਡੈਟ ਕਿੰਨਾ ਹੈ ਉਹ 0.5 ਤੋਂ ਵਧਣਾ ਨਹੀਂ ਚਾਹੀਦਾ ਕਰੰਟ ਰੇਸ਼ੋ 1.33 ਤੋਂ ਉੱਪਰ ਹੋਣੀ ਚਾਹੀਦੀ ਹੈ ਤੇ ਕੁਇਕ ਰੇਸ਼ੋ 1 ਤੋਂ ਉੱਪਰ ਹੋਣੀ ਚਾਹੀਦੀ ਹੈ ਇਹ ਤਿੰਨੇ ਗੱਲਾਂ ਸਮਝ ਆ ਗਈਆਂ ਵੀ ਹਾਂਜੀ ਸਰ ओके हम अपन नेक्स्ट करते हैं फिर आ गया पीबी रेशो ठीक है पीबी रेशो की ਹੁੰਦਾ ਕਿ ਮਾਰਕੀਟ ਦਾ ਜਿਹੜਾ ਸ਼ੇਅਰ ਹੈ ਉਹ ਮਾਰਕੀਟ ਦਾ ਕਰੰਟ ਮਾਰਕੀਟ ਪ੍ਰਾਈਸ ਕਿੰਨਾ ਚੱਲ ਰਿਹਾ ਉਹਨੂੰ ਆਪਾਂ ਡਿਵਾਈਡ ਕਰ ਦਿੰਦੇ ਆ ਬੁੱਕ ਵੈਲਿਊ ਦੇ ਨਾਲ ਆਪਾਂ ਬੁੱਕ ਵੈਲਿਊ ਕੱਲ ਗੱਲ ਕੀਤੀ ਸੀਗੀ ਕਿ ਬੁੱਕ ਵੈਲਿਊ ਕੀ ਹੈ ਇੱਕ ਤਰ੍ਹਾਂ ਦਾ ਕਹ ਲਓ ਜਦੋਂ ਆਪਾਂ ਗੱਲ ਕੀਤੀ ਵੀ ਸਰਕਾਰੀ ਰੇਟ ਜਿਹੜਾ ਹੁੰਦਾ ਨਾ ਜਾਂ ਜਦੋਂ ਕੰਪਨੀ ਦੀ ਟੋਟਲ ਵੈਲਿਊ ਦੇ ਅਕੋਰਡਿੰਗ ਉਹਦਾ ਸ਼ੇਅਰ ਦੀ ਕੀਮਤ ਇੰਨੀ ਬਣਦੀ ਹੈ ਹੁਣ ਪੀਬੀ ਰੇਸ਼ੋ ਕੀ ਹੈ ਕਿ ਜਿਹੜਾ ਸ਼ੇਅਰ ਹੈ ਉਹ ਕਿੰਨੇ ਜ਼ਿਆਦਾ ਪ੍ਰੀਮੀਅਮ ਤੇ ਮਿਲ ਰਿਹਾ ਆਪਾਂ ਨੂੰ ਤੇ ਬੁੱਕ ਦੇ ਵਿੱਚ ਤਾਂ ਉਹਦੀ ਵੈਲਿਊ ਮੰਨ ਲਓ ਕਿਸੇ ਸ਼ੇਅਰ ਦੀ ਬੁੱਕ ਵੈਲਿਊ 100 ਰੁਪਏ ਆਪਾਂ ਨੂੰ ਬਾਜ਼ਾਰ ਦੇ ਵਿੱਚ ਮਿਲ ਰਿਹਾ ਹੈਗਾ 5000 ਰੁਪਏ ਦਾ ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ ਸਰ ਮਾੜੀ ਗੱਲ ਹੈ ਜੀ ਕਿਉਂਕਿ ਇੰਨਾ ਜ਼ਿਆਦਾ ਪ੍ਰੀਮੀਅਮ ਜੋ ਚੀਜ਼ ਮਿਲ ਰਹੀ ਹੈ ਤਾਂ ਆਪਾਂ ਜਲਦੀ ਆਪਾਂ ਕਹਿ ਦਿੰਦੇ ਹਾਂ ਆਪਾਂ ਜੇ ਵੈਸੇ ਦੇਖੀਏ ਤਾਂ ਕਹਿੰਦੇ ਮਾੜੀ ਗੱਲ ਹੈ ਪਰ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਸਰ ਕੰਪਨੀ ਪਰਫਾਰਮ ਹੀ ਇੰਨਾ ਵਧੀਆ ਕਰ ਰਹੀ ਹੈ ਠੀਕ ਹੈ ਨਾ ਕਿ ਲੋਕੀ ਉਹਦਾ ਸ਼ੇਅਰ ਪਰਚੇਜ਼ ਕਰਨਾ ਚਾਹੁੰਦੇ ਆ ਵਾਰ-ਵਾਰ ਪਰਚੇਜ਼ ਕਰਨਾ ਚਾਹੁੰਦੇ ਆ ਉਹਦੀ ਕੀਮਤ ਹੀ ਇੰਨੀ ਵਧੀਆ ਹੋਈ ਵੀ ਹੈ ਆਪਾਂ ਸਿਰਫ
ਸ਼ੇਅਰ ਦੇ ਵੈਲਿਊ ਨੂੰ ਦੇਖ ਕੇ, ਠੀਕ ਹੈ, ਆਪਾਂ ਇੱਕ ਸ਼ੇਅਰ ਨੂੰ ਐ ਦੇਖ ਕੇ ਆਪਾਂ ਉਹਦੀ ਪੀਵੀ ਵੈਲਿਊ ਦੇਖ ਕੇ ਨਹੀਂ ਕਰਨਾ, ਆਪਾਂ ਕੰਪੈਰੀਜ਼ਨ ਕਰਾਂਗੇ ਉਹਦਾ ਸੈਕਟਰ ਦੀਆਂ ਦੂਜੀਆਂ ਕੰਪਨੀਆਂ ਦੇ ਨਾਲ ਕਿ ਇਹ ਵੀ ਕੰਪਨੀ ਸੇਮ ਉਦਾਂ ਦੀ ਕੰਪਨੀ ਹੈ, ਉਨਾ ਹੀ ਪ੍ਰੋਫਿਟ ਕਮਾ ਰਹੀ ਹੈ, ਠੀਕ ਹੈ। ਤਾਂ ਇੱਕ ਕੰਪਨੀ ਦੀ ਜਿਹੜੀ ਆਪਾਂ ਨੂੰ ਪੀਵੀ ਰੇਸ਼ੋ ਹੈ ਉਹ ਇੰਨੀ ਮਿਲ ਰਹੀ ਹੈ ਜੀ, ਦੂਜੇ ਦੀ ਪੀਵੀ ਰੇਸ਼ੋ, ਦੂਜਾ ਸ਼ੇਅਰ ਹੈ ਕੰਪਨੀ ਉਹ ਵੀ ਸੇਮ ਹੈ, ਸੇਮ ਬਿਜ਼ਨਸ ਉਹਦਾ ਸਾਰਾ ਕੁਝ, ਉਹਦੀ ਜਿਹੜੀ ਬੁੱਕ ਵੈਲਿਊ ਦੇ ਅਕੋਰਡਿੰਗ ਜਿਹੜਾ ਉਹਦਾ ਪ੍ਰਾਈਸ ਹੈ ਜਾਂ ਕਹ ਲਓ ਉਹਦਾ ਕਰੰਟ ਮਾਰਕੀਟ ਪ੍ਰਾਈਸ ਹੈ, ਇੱਕ ਦਾ 5000 ਹੈ, ਇੱਕ ਦਾ 200 ਹੈ, ਉਹ ਬੁੱਕ ਵੈਲਿਊ ਦੇ ਨੇੜੇ ਜਿਹੜੇ ਫਿਰਦਾ, ਤਾਂ ਆਪਾਂ ਉਹਨੂੰ ਲੈ ਲਵਾਂਗੇ। ਕਲੀਅਰ? ਤਾਂ ਆਪਾਂ ਸਿਰਫ ਇੱਕੋ ਸ਼ੇਅਰ ਨੂੰ ਦੇਖ ਕੇ ਨਹੀਂ ਕਹਿਣਾ, ਇੱਕ ਸੈਕਟਰ ਨੂੰ ਦੇਖ ਕੇ ਨਹੀਂ ਕਹਿਣਾਗਾ, ਪ੍ਰੋਫਿਟ ਸੇਮ ਹੈ ਤਾਂ ਬੁੱਕ ਵੈਲਿਊ ਮਤਲਬ ਦੋ ਕੰਪਨੀਆਂ ਦੋਵਾਂ ਦਾ ਪ੍ਰੋਫਿਟ ਸੇਮ ਚੱਲ ਰਿਹਾ, ਇੱਕ ਦੀ ਬੁੱਕ ਵੈਲਿਊ ਜ਼ਿਆਦਾ ਹੈ, ਇੱਕ ਦੀ ਘੱਟ ਹੈ, ਤਾਂ ਆਪਾਂ ਜੋ ਬੁੱਕ ਵੈਲਿਊ ਦੇ ਫਿਰ ਨੇੜੇ ਹੋਊਗਾ ਆਪਾਂ ਉਹਨੂੰ ਚੂਜ਼ ਕਰ ਲਵਾਂਗੇ। ਪਰ ਜੇ ਹੋਰ ਕੋਈ ਕੰਪਨੀ ਉਹਦੇ ਮੁਕਾਬਲੇ 'ਚ ਹੈ ਹੀ ਨਹੀਂ ਤਾਂ ਆਪਾਂ ਨੂੰ ਆਬਵੀਅਸ ਹੈ ਉਹ ਵਾਲਾ ਸ਼ੇਅਰ ਲੈਣਾ ਪਊਗਾ ਜੋ ਆਪਾਂ ਚਾਹੁੰਦੇ ਹਾਂ। ਠੀਕ ਹੈ ਜੀ? ਹਾਂਜੀ ਓਕੇ, ਨੈਕਸਟ ਆ ਜਾਓ ਅਰਨਿੰਗ ਪਰ ਸ਼ੇਅਰ। ਹੁਣ ਅਰਨਿੰਗ ਪਰ ਸ਼ੇਅਰ ਕੀ ਹੁੰਦਾ, ਇਹ ਆਪਾਂ ਕੱਲ ਸਿੱਧਾ ਪ੍ਰੋਫਿਟ ਐਂਡ ਲਾਸ ਦੇ ਵਿੱਚ ਵੀ ਦੇਖਿਆ ਸੀ, ਇਹਦੀ ਆਪਾਂ ਨੂੰ ਵੈਲਿਊ ਕੱਢਣ ਦੀ ਜ਼ਰੂਰਤ ਨਹੀਂ, ਆਲਰੇਡੀ ਉਹਦੇ ਵਿੱਚ ਲਿਖਿਆ ਹੁੰਦਾ ਹੈ। ਵੈਸੇ ਇਹਦਾ ਫਾਰਮੂਲਾ ਕੀ ਹੈ ਕਿ ਜਿੰਨਾ ਵੀ ਕੰਪਨੀ ਨੂੰ ਨੈਟ ਪ੍ਰੋਫਿਟ ਹੁੰਦਾ ਤੁਹਾਨੂੰ ਆਪਾਂ ਨੰਬਰ ਆਫ ਸ਼ੇਅਰਸ ਨਾਲ ਡਿਵਾਈਡ ਕਰ ਦਿੰਦੇ ਹਾਂ। ਤਾਂ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਸ਼ੇਅਰ ਨੰਬਰ ਆਫ ਸ਼ੇਅਰਸ ਉਹ ਲੱਖਾਂ ਦੇ ਵਿੱਚ ਹੁੰਦਾ ਤੇ ਜਿਹਨੂੰ ਕਰੋੜ 'ਚ ਆਪਾਂ ਚੇਂਜ ਕਰਨਾ, ਕਿਉਂਕਿ ਬਾਕੀ ਸਾਰੀਆਂ ਫਿਗਰ ਕਰੋੜਾਂ ਦੇ ਵਿੱਚ ਹੁੰਦੇ ਨੇ, ਤੇ ਜੇ ਮੰਨ ਲਓ ਉੱਥੇ ਲਿਖਿਆ ਹੋਇਆ ਕਿ 5083 ਉਹਦੇ ਸ਼ੇਅਰ ਇਸ਼ੂ ਹੋਏ ਆ ਤਾਂ ਆਪਾਂ ਕੀ ਕਰਨਾ 50.83 ਕਰ ਲੈਣਾ, ਪੁਆਇੰਟ ਨੂੰ 2 ਅੱਗੇ ਕਰ ਲੈਣਾ, ਉਹ ਵੀ ਕਰੋੜ ਹੋ ਜਾਊਗਾ। ਸੋ ਅਰਨਿੰਗ ਪਰ ਸ਼ੇਅਰ ਦਾ ਮਤਲਬ ਕੀ ਹੈ ਕਿ ਕੰਪਨੀ ਹਰ ਸਾਲ ਜਾਂ ਕਹ ਲਓ ਕੰਪਨੀ ਇੱਕ ਸ਼ੇਅਰ ਦੇ ਬਦਲੇ ਕਿੰਨਾ ਪੈਸਾ ਕਮਾ ਰਹੀ ਹੈ। ਤੇ ਹੁਣ ਦੱਸੋ ਜਿਹੜੀ ਅਰਨਿੰਗ ਪਰ ਸ਼ੇਅਰ ਉਹ ਹਰ ਸਾਲ ਵਧਣੀ ਚਾਹੀਦੀ ਹੈ ਕਿ ਘਟਣੀ ਚਾਹੀਦੀ ਹੈ? ਵਧਣੀ ਚਾਹੀਦੀ ਹੈ ਸਰ। ਅਰਨਿੰਗ ਪਰ ਸ਼ੇਅਰ ਜਿਹੜਾ ਉਹ ਹਰ ਸਾਲ ਵਧਣਾ ਚਾਹੀਦਾ। ਆਪਾਂ ਦੇਖਦੇ ਹਾਂ ਕਿ ਅਰਨਿੰਗ ਪਰ ਸ਼ੇਅਰ ਜਿਹੜਾ ਹੈਗਾ ਉਹ ਹਮੇਸ਼ਾ ਵਧਦਾ ਰਹਿਣਾ ਚਾਹੀਦਾ ਹੈ। ਕਲੀਅਰ ਹੈ ਵੀ ਇੰਨੀ ਗੱਲ? ਹਾਂਜੀ ਹਾਂਜੀ ਈਅਰ ਟੂ ਈਅਰ ਬੇਸਿਸ ਅਰਨਿੰਗ ਪਰ ਸ਼ੇਅਰ ਵਧਦਾ ਰਹਿਣਾ ਚਾਹੀਦਾ, ਤਾਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੀ ਕੰਪਨੀ ਹਰ ਸਾਲ ਉਹਦਾ ਪ੍ਰੋਫਿਟ ਵਧਦਾ ਜਾ ਰਿਹਾ, ਉਹਦਾ ਪ੍ਰੋਫਿਟ ਵਧਦਾ ਜਾ ਰਿਹਾ, ਤਾਂ ਆਬਵੀਅਸ ਹੈ ਪਰ ਸ਼ੇਅਰ ਦਾ ਜਿਹੜਾ ਉਹਦਾ ਪ੍ਰੋਫਿਟ ਹੈ, ਠੀਕ ਹੈ। ਇਹ ਦੇਖੋ ਇਹ ਕਦੇ ਵੀ ਆਪਾਂ ਨੂੰ ਮਿਲਦਾ ਨਹੀਂ, ਇਹ ਨਹੀਂ ਸੋਚ ਲੈਣਾ ਕਿ ਜਿਹੜਾ ਪ੍ਰੋਫਿਟ ਪਰ ਸ਼ੇਅਰ ਆਪਾਂ ਨੂੰ ਮਿਲਦਾ ਨਹੀਂ, ਪਰ ਸ਼ੇਅਰ ਹੈ ਕੰਪਨੀ ਦਾ ਪ੍ਰੋਫਿਟ, ਕੰਪਨੀ ਦਾ, ਕੰਪਨੀ ਚਾਹੇ ਤੁਹਾਨੂੰ ਦੇ ਸਕਦੀ ਹੈ, ਨਾ ਚਾਹੇ ਨਹੀਂ ਦੇ ਸਕਦੀ। ਬੇਸਿਕਲੀ ਕੰਪਨੀ ਪ੍ਰੋਫਿਟ ਚੋਂ ਥੋੜਾ ਜਿਹਾ ਹਿੱਸਾ ਡਿਵੀਡੈਂਡ ਦੇ ਰੂਪ ਚ ਦੇ ਦਿੰਦੀ ਹੈ, ਠੀਕ ਹੈ ਨਾ। ਉਹ ਪੂਰਾ ਪ੍ਰੋਫਿਟ ਨਹੀਂ ਕਦੇ ਵੀ ਕੰਪਨੀ, ਕਿਉਂਕਿ ਕੰਪਨੀ ਕੀ ਹੈ ਪ੍ਰਾਈਵੇਟ ਬੰਦੇ ਦੀ ਹੈ, ਉਹ ਤੁਹਾਨੂੰ ਪ੍ਰੋਫਿਟ ਦੇਵੇ ਨਾ ਦੇਵੇ ਕੋਈ ਮਤਲਬ ਨਹੀਂ, ਉਹ ਚਾਹੇ ਤਾਂ ਡਿਵੀਡੈਂਡ ਦੇ ਸਕਦਾ ਪ੍ਰੋਫਿਟ ਚੋਂ ਥੋੜਾ ਜਿਹਾ ਕੱਢ ਕੇ, ਚਾਹੇ ਤਾਂ ਨਹੀਂ ਵੀ ਦੇ ਸਕਦਾ। ਪਰ ਜਨਰਲੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਰਨਿੰਗ ਪਰ ਸ਼ੇਅਰ ਹਰ ਸਾਲ ਵਧ ਰਹੀ ਹੈ, ਯਾਨੀ ਕਿ ਕੰਪਨੀ ਹਰ ਸਾਲ ਚੰਗਾ ਪ੍ਰੋਫਿਟ ਕਮਾ ਰਹੀ ਹੈ। ਜੇ ਉਹ ਪ੍ਰੋਫਿਟ ਚੰਗਾ ਕਮਾ ਰਹੀ ਹੈ ਤਾਂ ਆਪਾਂ ਨੂੰ ਪਤਾ ਕਿ ਉਹਦੇ ਸ਼ੇਅਰ ਦੀ ਜਿਹੜੀ ਵੈਲਿਊ ਹੈ ਉਹ ਵੀ ਫਿਰ ਹਰ ਸਾਲ ਵੱਧਦੀ ਰਹੇਗੀ। ਕੋਈ ਡਾਊਟ ਵੀ ਹੈ ਤੁਹਾਡਾ ਕਿਸੇ ਦਾ? ਨਹੀਂ ਸਰ। ਸਰ ਪੀਬੀ ਰੇਸ਼ੋ ਇੱਕ ਵਾਰ ਫਿਰ ਦੱਸ ਦਿਓ। ਹਾਂਜੀ, ਪੀਬੀ ਰੇਸ਼ੋ ਸਰ ਕੀ ਹੁੰਦੀ ਹੈ ਜੀ? ਆਪਾਂ ਕੱਲ ਗੱਲ ਕੀਤੀ ਸੀ ਕਿ ਜਿਹੜਾ ਕੋਈ ਆਪਾਂ ਨੂੰ ਸਟਾਕ ਹੈ ਉਹ ਕਿੰਨੇ ਪ੍ਰੀਮੀਅਮ ਤੇ ਮਿਲ ਰਿਹਾ, ਕਿ ਉਹਦੀ ਅਸਲ ਦੇ ਵਿੱਚ ਵੈਲਿਊ। ਬੇਸਿਕਲੀ ਪੀਬੀ ਰੇਸ਼ੋ ਦਾ ਮਤਲਬ ਪਤਾ ਕੀ ਹੈ? ਪੀਬੀ ਰੇਸ਼ੋ ਦਾ ਮਤਲਬ ਹੈ ਕਿ ਕੋਈ ਚੀਜ਼ ਕਿੰਨੇ ਦੀ ਵਰਥ ਹੈ, ਜਾਂ ਉਹਦੀ ਅਸਲ 'ਚ ਕੀਮਤ ਕਿੰਨੀ ਚੱਲ ਰਹੀ ਹੈ, ਜਾਂ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਪ੍ਰਾਈਸ ਟੂ ਬੁੱਕ ਵੈਲਿਊ, ਕਿ ਉਹਦਾ ਬੁੱਕ ਦੇ ਵਿੱਚ ਉਹਦੀ ਜਿਹੜੀ ਕੀਮਤ ਉਹ ਇੰਨੀ ਭਰੀ ਗਈ ਹੈ, ਪਰ ਆਪਾਂ ਨੂੰ ਉਹ ਚੀਜ਼ ਮਾਰਕੀਟ ਦੇ ਵਿੱਚ ਇੰਨੀ ਦੀ ਮਿਲ ਰਹੀ ਹੈ, ਉਹਦੀ ਕੁਆਲਿਟੀ ਕਿੰਨੀ ਵਧੀਆ ਹੈ। ਅਸਲ 'ਚ ਆਪਾਂ ਇਹ ਵੀ ਮੰਨ ਸਕਦੇ ਹਾਂ ਕਿ ਉਹ ਕਿੰਨੀ ਵਧੀਆ ਕੁਆਲਿਟੀ ਹੋਊਗੀ। ਹੁਣ ਦੇਖੋ ਕਾਮਨ ਜੀ ਗੱਲ ਹੈ ਕਿ ਜਿਹੜੀ ਚੀਜ਼ ਦੀ ਕੁਆਲਿਟੀ ਹੋਏਗੀ ਉਹ ਆਪਾਂ ਨੂੰ ਮਹਿੰਗੀ ਮਿਲੂਗੀ, ਸਸਤੀ ਮਿਲੂਗੀ? ਮਹਿੰਗੀ। ठीक है। मान लो कि कोई जमीन है, मैं एक एग्जांपल देना, मान लो कि जमीन है, जमीन का की है एक सरकारी रेट कॉमन जी गल ऑलमोस्ट सेम होंगे। एक जमीन बिल्कुल सड़क के ऊपर आ गई, हाईवे के ऊपर है, एक जमीन थोड़ी जी हाईवे तो पिछे है। जब आप वैसे उसकी बुक वैल्यू देखिए तो आप सरकारी मान लो रेट देखिए तो आप कहेंगे दोनों का मान लो 25 लाख रुपया किले का रेट चल रहा है। पर जो आप मार्केट की गल करते हैं, ठीक है, हम क्वालिटी वाइज कि जमीन अच्छी हुई? ਹਾਈਵੇ ਵਾਲੀ। ਹਾਈਵੇ ਵਾਲੀ ਉਹ ਆਪਾਂ ਨੂੰ ਜ਼ਿਆਦਾ ਪੈਸਾ ਕਮਾ ਕੇ ਦੇ ਸਕਦੀ ਹੈ, ਜਾਂ ਉਹ ਜਲਦੀ ਵਿਕ ਸਕਦੀ ਹੈ, ਜਾਂ ਕਹ ਲਓ ਉਹਨੂੰ ਜ਼ਿਆਦਾ ਉਹਦੇ ਬਾਇਰਸ ਆਪਾਂ ਨੂੰ ਜ਼ਿਆਦਾ ਮਿਲ ਜਾਣਗੇ। ਤਾਂ ਆਪਾਂ ਕੀ ਕੀਤਾ, ਆਪਾਂ ਦੀ ਕੁਆਲਿਟੀ ਨੂੰ ਚੈੱਕ ਕੀਤਾ ਕਿ ਉਹ ਜਿਹੜਾ ਹਾਈਵੇ ਵਾਲੀ ਜਿਹੜੀ ਜ਼ਮੀਨ ਹੈ ਉਹਦਾ ਮੰਨ ਲਓ ਮਾਰਕੀਟ ਰੇਟ 3 ਕਰੋੜ ਰੁਪਇਆ ਚੱਲ ਰਿਹਾ, ਉਹੀ ਆਪਾਂ ਕਈ ਵਾਰੀ ਦੇਖਦੇ ਹਾਂ ਵੀ 10 ਕਿੱਲੇ ਕਦਮ ਪਿੱਛੇ ਹਟ ਕੇ ਜਿਹੜੀ ਪੈਲੀ ਹੈ ਉਹ 25 ਲੱਖ ਨੂੰ ਵਿਕਦੀ ਹੈ, ਹਾਈਵੇ ਵਾਲੀ 3 ਕਰੋੜ ਦੀ ਵਿਕੀ ਜਾਂਦੀ ਹੈ। ਸਰਕਾਰੀ
ਰੇਟ ਉਹਦਾ ਦੋਵਾਂ ਦਾ ਜ਼ਮੀਨਾਂ ਦਾ ਸੇਮ ਹੈ। ਤਾਂ ਇਹਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਪੀਬੀ ਰੇਸ਼ੋ ਦੇਖਦੇ ਹਾਂ ਨਾ, ਇਹਦਾ ਮਤਲਬ ਹੈ ਕਿ ਕੋਈ ਜਿਹੜਾ ਆਪਣਾ ਸ਼ੇਅਰ ਹੈ ਉਹ ਕਿੰਨੀ ਵਧੀਆ ਕੁਆਲਿਟੀ ਦਾ, ਠੀਕ ਹੈ, ਕਈ ਚੀਜ਼ ਜੱਜ ਕਰਦੇ ਹਾਂ ਇੱਥੋਂ ਕਿ ਉਹਦੀ ਕੁਆਲਿਟੀ ਕਿੰਨੀ ਵਧੀਆ ਉਸ ਕੰਪਨੀ ਦੀ ਜਾਂ ਉਸਦੇ ਸ਼ੇਅਰ ਦੀ, ਉਹਦਾ ਪ੍ਰੀਮੀਅਮ ਕਿੰਨਾ ਚੱਲ ਰਿਹਾ ਹੈ। ਕਲੀਅਰ? ਹਾਂਜੀ ਹੁਣ ਇੱਕ ਚੀਜ਼ ਇੱਥੇ ਹੋਰ ਦੇਖੋ, ਜੇ ਕਿਤੇ ਆਪਾਂ ਨਾਰਮਲੀ ਇਹ ਗੱਲ ਕਰਦੇ ਹਾਂ ਕਿ ਆਪਾਂ ਜਿਹੜਾ ਸ਼ੇਅਰ ਆਪਾਂ ਨੂੰ ਪੀਬੀ ਜਿਹੜੀ ਬੁੱਕ ਵੈਲਿਊ ਹੈ ਨਾ, ਉਹਦੇ ਬਰਾਬਰ ਜੇ ਮਿਲ ਜੇ, ਉਹਦੇ ਤੋਂ ਥੋੜਾ ਬਹੁਤ ਉੱਪਰ ਮਿਲ ਜੇ ਤਾਂ ਜ਼ਿਆਦਾ ਵਧੀਆ ਮੰਨਿਆ ਜਾਂਦਾ। ਕਿਉਂ? ਕੋਈ ਚੀਜ਼ ਵਧੀਆ ਹੈਗੀ ਹੈ ਪਰ ਆਪਾਂ ਨੂੰ ਘੱਟ ਕੀਮਤ ਤੇ ਮਿਲ ਰਹੀ ਹੈ, ਤਾਂ ਚੰਗੀ ਹੈ ਕਿ ਮਾੜੀ ਹੈ? ਸਰ ਦੋਨੋਂ ਐਸਪੈਕਟ ਨੇ ਜੀ ਇਹਦੇ ਤੇ। ਨਹੀਂ, ਚੀਜ਼ ਵਧੀਆ ਹੈ, ਚੰਗੀ ਹੈ ਸਰ। ਚੀਜ਼ ਵਧੀਆ ਕੁਆਲਿਟੀ ਵਾਈਜ਼ ਦੋਵੇਂ ਚੀਜ਼ਾਂ ਸੇਮ ਹੈ। ਕਈ ਵਾਰ ਆਪਾਂ ਮਾਰਕੀਟ 'ਚ ਦੇਖਦੇ ਹਾਂ ਨਾ, ਦੋ ਪ੍ਰੋਡਕਟ ਹੁੰਦੇ ਆ, ਆਪਾਂ ਦੇਖਿਆ ਵੀ ਇੱਕ 'ਚ ਬ੍ਰਾਂਡ ਵੈਲਿਊ ਆ ਗਈ, ਸਭ ਕੁਝ ਆ ਗਿਆ, ਉਹਨਾਂ ਨੇ ਇਹਨਾਂ ਨੇ ਪੈਸੇ ਲੈ ਲਏ ਆਪਦੀ ਬ੍ਰਾਂਡ ਵੈਲਿਊ ਦੇ। ਦੂਜੀ ਚੀਜ਼ ਦੀ ਕੁਆਲਿਟੀ ਉਨੀ ਵਧੀਆ ਹੈਗੀ ਹੈ ਪਰ ਉਹਦਾ ਬ੍ਰਾਂਡ ਨਹੀਂ ਹੈ, ਉਹ ਆਪਾਂ ਨੂੰ ਥੋੜੀ ਜਿਹੀ ਸਸਤੀ ਮਿਲ ਜਾਂਦੀ ਹੈ। ਹਾਂਜੀ ਠੀਕ ਹੈ, ਜੇ ਆਪਾਂ ਕਹਿੰਦੇ ਵੀ ਕੁਆਲਿਟੀ ਬਰਾਬਰ ਹੈ, ਦੋਵਾਂ ਦੀ ਸ਼ੇਅਰ ਦੀ ਕੁਆਲਿਟੀ ਬਰਾਬਰ ਹੈ, ਪਰ ਇੱਕ ਚੀਜ਼ ਆਪਾਂ ਨੂੰ ਦੂਜੇ ਇੱਕ ਦਾ ਪ੍ਰੀਮੀਅਮ ਜ਼ਿਆਦਾ ਹੈ, ਇੱਕ ਦਾ ਪ੍ਰੀਮੀਅਮ ਘੱਟ ਹੈ ਨਾ, ਤਾਂ ਆਪਾਂ ਨੂੰ ਚੰਗਾ ਮੰਨਦੇ ਹਾਂ ਵੀ ਇਹ ਸੇਮ ਕੁਆਲਿਟੀ ਸੀਗੀ, ਬਸ ਇਹਨਾਂ ਨੇ ਬ੍ਰਾਂਡ ਦੀ ਵੈਲਿਊ ਜ਼ਿਆਦਾ ਲੈ ਲਈ, ਇਹਨਾਂ ਨੇ ਬ੍ਰਾਂਡ ਦੀ ਵੈਲਿਊ ਨਹੀਂ ਲਈ, ਪਰ ਕੁਆਲਿਟੀ ਬਹੁਤ ਵਧੀਆ ਇਹਦੀ ਵੀ। ਤੇ ਇਸ ਕਰਕੇ ਆਪਾਂ, ਹੁਣ ਮੇਰੀ ਗੱਲ ਸੁਣੋ, ਟਾਟਾ ਮੋਟਰਸ ਹੈ ਤੇ ਮਹਿੰਦਰਾ ਐਂਡ ਮਹਿੰਦਰਾ ਹੈ, ਦੋਵੇਂ ਕੀ ਕਰਦੀਆਂ? ਗੱਡੀਆਂ ਦੀਆਂ ਕੰਪਨੀਆਂ ਨੇ। ਹਾਂਜੀ ਠੀਕ ਹੈ, ਦੋਵਾਂ ਦੀ ਜਿਹੜੀ ਹੈਗੀ ਹੈ, ਮੰਨ ਲਓ ਜਿਹੜੀ ਮਾਰਕੀਟ 'ਚ ਜਿਹੜਾ ਸ਼ੇਅਰ ਹੈ ਉਹ 500 ਰੁਪਏ ਦਾ ਹੈਗਾ। ਠੀਕ ਹੈ ਠੀਕ ਹੈ, ਇੱਕ ਦੀ ਜਿਹੜੀ ਬੁੱਕ ਵੈਲਿਊ ਹੈ ਉਹ 20 ਰੁਪਏ ਹੈ, ਇੱਕ ਦੀ ਬੁੱਕ ਵੈਲਿਊ 10 ਰੁਪਏ ਹੈ। ਸੇਮ ਚੱਲ ਰਿਹਾ, ਦੋਵਾਂ ਦਾ ਪ੍ਰੋਫਿਟ ਸੇਮ ਚੱਲ ਰਿਹਾ। ਠੀਕ ਹੈ, ਦੋਵੇਂ ਮਾਰਕੀਟ ਦੇ ਵਿੱਚ ਕੀ ਹੁੰਦਾ ਕਿ 500 ਰੁਪਏ ਦਾ ਮਿਲ ਰਿਹਾ, ਦੋਵੇਂ ਦਾ ਸੇਮ ਪ੍ਰੋਫਿਟ ਕੱਢ ਕੇ ਕੰਪਨੀਆਂ ਕਮਾ ਰਹੀਆਂ, ਦੋਵਾਂ ਦਾ ਸੈਕਟਰ ਸੇਮ ਹੈ, ਦੋਵੇਂ ਆਟੋ ਦੀਆਂ ਕੰਪਨੀਆਂ ਨੇ। ਪਰ ਜੇ ਆਪਾਂ ਨੂੰ ਉਹ ਚੀਜ਼, ਠੀਕ ਹੈ, ਘੱਟ ਕੀਮਤ ਤੇ ਮਿਲ ਜੇ ਤਾਂ ਜ਼ਿਆਦਾ ਵਧੀਆ ਮੰਨੀ ਜਾਏਗੀ ਕਿ ਨਹੀਂ ਮੰਨੀ ਜਾਏਗੀ? ਕਿਹੜੀ ਕੰਪਨੀ ਦਾ ਸਰ? ਕਿਸੇ ਦਾ ਵੀ? ਦੋਵਾਂ ਕੰਪਨੀਆਂ ਦਾ ਪ੍ਰੋਫਿਟ ਸੇਮ ਹੈ। ਇੱਕ ਚੀਜ਼ ਸਮਝੋ, ਦੋਵਾਂ ਕੰਪਨੀਆਂ ਦਾ ਪ੍ਰੋਫਿਟ ਸੇਮ ਹੈ। एग्जांपल है, ਆਪਾਂ ਇਹ ਨਹੀਂ ਕਰ ਰਹੇ ਕਿ ਇਹ ਵਾਲੀ ਕੰਪਨੀ ਸਸਤੀ ਮਿਲ ਰਹੀ ਹੈ, ਮਾੜੀ ਮਿਲ ਰਹੀ ਹੈ, ਇਹਦੇ ਬਿਹਾਫ ਤੇ ਟ੍ਰੇਡ ਨਹੀਂ ਲੈਣਾਗਾ। ਮੈਂ ਬੇਸਿਕ ਐਗਜ਼ਾਮਪਲ ਦੱਸ ਰਿਹਾ ਕਿ ਦੋ ਕੰਪਨੀਆਂ ਦੋਵੇਂ ਸੇਮ ਪ੍ਰੋਫਿਟ ਕਮਾ ਕੇ ਦੇ ਰਹੀਆਂ ਨੇ। ਠੀਕ ਹੈ, ਤਾਂ ਇੱਕ ਦੀ ਜਿਹੜੀ ਬੁੱਕ ਵੈਲਿਊ ਹੈ ਉਹ ਜ਼ਿਆਦਾ ਹੈ, ਇੱਕ ਦੀ ਜਿਹੜੀ ਬੁੱਕ ਵੈਲਿਊ ਹੈ, ਜਿਹੜੀ ਰੇਸ਼ੋ ਹੈ ਉਹ ਘੱਟ ਹੈ, ਤਾਂ ਆਪਾਂ ਕਿਹੜੀ ਚੂਜ਼ ਕਰਾਂਗੇ? ਜ਼ਿਆਦਾ ਰੇਸ਼ੋ ਵਾਲੀ ਚੂਜ਼ ਕਰਾਂਗੇ ਕਿ ਘੱਟ ਰੇਸ਼ੋ ਵਾਲੀ ਚੂਜ਼ ਕਰਾਂਗੇ? ਘੱਟ ਵਾਲੀ ਚੂਜ਼ ਕਰਾਂਗੇ, ਕਿਉਂਕਿ ਉਹ ਆਪਾਂ ਨੂੰ ਘੱਟ ਪੈਸੇ ਲਾ ਕੇ ਜ਼ਿਆਦਾ ਪੈਸਾ ਬਣ ਜਾਏਗਾ। ਕੁਆਲਿਟੀ ਤਾਂ ਸੇਮ ਹੀ ਹੈ ਦੋਵਾਂ ਚੀਜ਼ਾਂ ਦੀ। ਬਿਲਕੁਲ। ਆਪਾਂ ਇਹ ਦੇਖਦੇ ਹਾਂ ਬੁੱਕ ਵੈਲਿਊ ਦਾ ਸਰ, ਜਿਹੜੀ ਬੁੱਕ ਵੈਲਿਊ ਰੇਸ਼ੋ ਕੱਢੀ ਉਹਦਾ ਮਤਲਬ ਹੀ ਇਹ ਹੁੰਦਾ ਕਿ ਕੁਆਲਿਟੀ ਵਾਲੀ ਚੀਜ਼ ਆਪਾਂ ਨੂੰ ਕਿੰਨੇ 'ਚ ਮਿਲ ਰਹੀ ਹੈ। ਠੀਕ ਹੈ, ਆਪਾਂ ਕੰਪੈਰੀਜ਼ਨ ਕਰਦੇ ਹਾਂ ਕਿ ਕੁਆਲਿਟੀ ਵਾਈਜ਼ ਦੋਵੇਂ ਚੀਜ਼ਾਂ ਸੇਮ ਸੀ, ਪਰ ਇੱਕ ਚੀਜ਼ ਆਪਾਂ ਨੂੰ ਸਸਤੀ ਮਿਲੀ, ਇੱਕ ਚੀਜ਼ ਆਪਾਂ ਨੂੰ ਮਹਿੰਗੀ ਮਿਲੀ। ਇੱਕ ਲਈ ਆਪਾਂ ਨੂੰ ਮੰਨ ਲਓ 5000 ਰੁਪਏ ਦੇਣਾ ਪੈ ਰਿਹਾ ਸੀਗਾ, ਇੱਕ ਲਈ ਉਸੇ ਕੁਆਲਿਟੀ ਵਾਲੀ ਚੀਜ਼ ਲਈ ਆਪਾਂ 4000 ਰੁਪਏ ਦਿੱਤਾ। ਤਾਂ ਫਿਰ ਉਹ ਜਿਹਦੀ ਬੁੱਕ ਵੈਲਿਊ ਘੱਟ ਹੋਏਗੀ, ਆਪਾਂ ਸੈਕਟਰ 'ਚ ਕੰਪੈਰੀਜ਼ਨ ਕਰਾਂਗੇ ਕਿ ਸੈਕਟਰ ਵਾਈਜ਼ ਕੰਪਨੀਆਂ ਸੇਮ ਹੈ, ਪ੍ਰੋਫਿਟ ਸੇਮ ਕੱਢ ਰਹੀਆਂ ਨੇ, ਇੱਕ ਆਪਾਂ ਨੂੰ 5000 ਦੀ ਮਿਲ ਰਹੀ ਹੈ, ਇੱਕ ਆਪਾਂ ਨੂੰ 4000 ਦੀ ਮਿਲ ਰਹੀ ਹੈ, ਤਾਂ ਆਪਾਂ ਕੀ ਕਰਾਂਗੇ? 4000 ਵਾਲੀ ਕੰਪਨੀ ਲੈ ਲਾਂਗੇ। ਚਲ ਸਮਝੇ? ਹਾਂਜੀ। ਜਦੋਂ ਵੀ ਤੁਸੀਂ ਬੁੱਕ ਵੈਲਿਊ ਕੱਢਦੇ ਹੋ ਨਾ, ਤਾਂ ਤੁਸੀਂ ਕੀ ਕਰਨਾ, ਇਹਨੂੰ ਸੈਕਟਰ ਦੇ ਨਾਲ ਕੰਪੈਰੀਜ਼ਨ ਕਰਕੇ ਚੱਲਦੇ ਆ। ਆਪਾਂ ਜਿਹੜੀਆਂ ਸੈਕਟਰ ਦੀਆਂ ਕੰਪਨੀਆਂ ਆ ਜਾਂ ਉਹਨਾਂ ਦੀ ਪੂਰਾ ਸੈਕਟਰ ਹੈ ਉਹਦੇ ਨਾਲ ਕੰਪੈਰੀਜ਼ਨ ਕਰਕੇ ਚੱਲਦੇ ਆ, ਫਿਰ ਆਪਾਂ ਨੂੰ ਪਤਾ ਲੱਗਦਾ। ਠੀਕ ਹੈ ਜੀ। ਓਕੇ, ਹੁਣ ਆਪਾਂ ਨੈਕਸਟ ਕਰਦੇ ਹਾਂ अर्निंग पर शेयर। समझ आ गई कि पर शेयर कितनी अर्निंग ਕੱਢ ਰਹੀ ਕੰਪਨੀ, ਤੁਹਾਨੂੰ ਮਿਲਣੀ ਨਹੀਂਗੀ, ਪਰ ਇਹ ईयर टू ईयर ਹਮੇਸ਼ਾ ਵਧਣੀ ਚਾਹੀਦੀ ਹੈ। नेक्स्ट आ गया जी अपने को प्राइस अर्निंग पर शेयर। ठीक है, पहला अपने को सीगा अर्निंग पर शेयर, हुण अपने को की है पीई। पीई की हुंदा जिन्ना भी करंट मार्केट प्राइस चल रहा हैगा शेयर दा, ठीक है, ਆਪਾਂ ਨੂੰ डिवाइड कर ਦਿੰਦੇ ਆ अर्निंग पर शेयर ਦੇ ਨਾਲ। जिन्ना भी मार्केट चोरा प्राइस चल रहा है ਉਹਨੂੰ ਜਿਹੜਾ ਆਪਾਂ ਪਿੱਛੇ ਵੈਲਿਊ ਕੱਢ ਕੇ अर्निंग पर शेयर ਉਹਦੇ ਨਾਲ डिवाइड कर ਦਿੰਦੇ ਆ। ਤੇ ਇਹਦੇ ਵਿੱਚ ਆਪਾਂ ਕਰਨਾ ਕੀ ਹੁੰਦਾ, ਅਸਲ 'ਚ ਇਹਦੇ ਵਿੱਚ ਆਪਾਂ ਕੀ ਕਰਦੇ ਆ कि अर्निंग पर शेयर के अकॉर्डिंग कितना प्राइस चल रहा हैगा किसी भी शेयर का, कि ये वाला शेयर है जी अर्निंग पर शेयर दी इन्नी दी है, तो ਉਹਦੇ अकॉर्डिंग फिर शेयर का प्राइस भी ਵਧਦਾ ਰਹਿੰਦਾ हमेशा। ਆਪਾਂ ਇਹਨੂੰ ਕੰਪੇਅਰ ਕਰਦੇ ਹਾਂ ਕੰਪਨੀ ਦੀ ਪੀਈ ਦੇ ਨਾਲ, ਜਿਹੜਾ ਉਸੇ ਸੈਕਟਰ ਦੀਆਂ ਬਾਕੀ ਕੰਪਨੀਆਂ ਹੈ। ਜੋ ਆਪਾਂ ਮੋਟੇ-ਮੋਟੇ ਸ਼ਬਦਾਂ 'ਚ ਕਹੀਏ ਪੀਈ ਦਾ ਮਤਲਬ ਕੀ ਹੁੰਦਾ ਹੈਗਾ
ਕਿ ਆਪਾਂ ਇਹ ਚੀਜ਼ ਦੇਖਦੇ ਹੈਗੇ ਆ ਕਿ ਇੱਕ ਜਿਹੜੀ ਕੰਪਨੀ ਹੈ, ਠੀਕ ਹੈ, ਆਪਾਂ ਨੂੰ ਕਿੰਨਾ ਪੈਸਾ ਲੱਗਾ। ਹੁਣ ਜਿਵੇਂ ਮਤਲਬ ਐਮਆਰਐਫ ਦਾ ਇੱਕ ਪਹਿਲਾਂ ਐਗਜ਼ਾਮਪਲ ਲਓ, ਐਮਆਰਐਫ ਦਾ ਜਿਹੜਾ ਸ਼ੇਅਰ ਹੈ ਉਹ ਸਸਤਾ ਕਿ ਮਹਿੰਗਾ ਹੈ? ਮਹਿੰਗਾ ਹੈ ਸਭ ਤੋਂ ਐਕਸਪੈਂਸਿਵ ਹੈ ਤੁਸੀਂ ਕਿਸ ਬਿਹਾਫ ਤੇ ਕਹਿ ਰਹੇ ਹੋ ਸਰ ਕਿ ਉਹ ਸਭ ਤੋਂ ਮਹਿੰਗਾ ਹੈ? ਸਰ ਅੰਕੜਾਂ ਦੇ ਹਿਸਾਬ ਨਾਲ ਆਪਾਂ ਦੇਖਿਆ ਵੀ ਠੀਕ ਹੈ ਜੀ, ਆਪਾਂ ਦੇਖਦੇ ਹਾਂ ਕਿ ਸਰ 70,000 ਰੁਪਏ ਦਾ ਇੱਕੋ ਸ਼ੇਅਰ ਮਿਲ ਰਿਹਾ ਜੀ, ਪਰ ਜੇ ਤੁਹਾਨੂੰ ਜਿਹੜਾ 70,000 ਵਾਲਾ ਸ਼ੇਅਰ ਹੈ ਉਹ 7,000 ਰੁਪਇਆ ਕਮਾ ਕੇ ਦੇ ਇੱਕ ਦਿਨ ਚ, ਦੱਸੋ ਮਹਿੰਗਾ ਕਿ ਸਸਤਾ ਹੈ? ਸਰ ਰਿਪੀਟ ਕਰਿਓ, ਵਿੱਚ ਆਵਾਜ਼ ਕੱਟੀ ਗਈ। ਇੱਕ ਮਿੰਟ ਮੈਂ ਕਰਦਾ, ਮੈਂ ਸਰ ਗੱਲ ਕੀਤੀ ਸੀਗੀ ਕਿ ਜਿਹੜਾ ਆਪਣਾ ਐਮਆਰਐਫ ਦਾ ਸ਼ੇਅਰ ਹੈ ਉਹ ਸਸਤਾ ਹੈ ਕਿ ਮਹਿੰਗਾ ਹੈ? ਮਹਿੰਗਾ ਹੈ। ਆਪਾਂ ਕਹਿੰਦੇ ਜੀ ਮਹਿੰਗਾ, ਆਪਾਂ ਕਿਹੜੇ ਬਿਹਾਫ ਤੇ ਕਹਿ ਰਹੇ ਹਾਂ ਕਿ ਮਹਿੰਗਾ ਹੈ? ਵੈਲਿਊਜ਼ ਹੀ ਦੇਖੀਆਂ ਨੇ। ਆਪਾਂ ਦੇਖਿਆ ਕਿ ਸਰ ਐਮਆਰਐਫ ਦਾ ਜਿਹੜਾ ਸ਼ੇਅਰ ਉਹਦਾ ਸਰ 70,000 ਰੁਪਏ ਦਾ, ਪਰ ਮੈਂ ਕਹਿੰਦਾ ਕਿ ਜਿਹੜਾ 70,000 ਰੁਪਇਆ ਤੁਹਾਨੂੰ ਹਰ ਰੋਜ਼ 7,000 ਰੁਪਇਆ ਕਮਾ ਕੇ ਦੇ ਦੇਗਾ। ਫਿਰ ਤਾਂ ਠੀਕ ਹੈ। ਹਾਂਜੀ, ਇੱਕ ਮਿੰਟ ਸਰ ਰੁਕੋ, ਇੱਕ ਮਿੰਟ ਰੁਕੋ ਜੀ, ਇੱਕ ਮਿੰਟ ਮੈਂ ਫੋਨ ਅਟੈਂਡ करना, फिर मैं तुमको कॉल करना। ਹਾਂਜੀ, ਪੀ ਦੀ ਗੱਲ ਕਰ ਰਹੇ ਸੀਗੇ ਆਪਾਂ। ਪੀ ਦਾ ਮਤਲਬ ਕੀ ਹੈ? ਪੀ ਆਪਾਂ ਕਰਦੇ ਹਾਂ ਅਰਨਿੰਗ ਪਰ ਸ਼ੇਅਰ ਦੇ ਬੇਸਿਸ ਤੇ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਕੋਈ ਸ਼ੇਅਰ ਹੈ ਉਹ ਕਿੰਨਾ ਕਮਾ ਕੇ ਦੇ ਸਕਦਾ ਹੈਗਾ, ਠੀਕ ਹੈ, ਅਰਨਿੰਗ ਪਰ ਸ਼ੇਅਰ ਦੇ ਬੇਸਿਸ ਤੇ ਜਦੋਂ ਆਪਾਂ ਕੋਈ ਸਿਲੈਕਟ ਕਰਦੇ ਹਾਂ ਕਿ ਕੋਈ ਸ਼ੇਅਰ ਹੈ ਉਹ ਤੁਹਾਨੂੰ ਕਿੰਨਾ ਕਮਾ ਕੇ ਦੇ ਸਕਦਾ। ਜੇ ਮੰਨ ਲਓ ਜਦੋਂ ਆਪਾਂ ਐਗਜ਼ਾਮਪਲ ਲੈ ਕੇ ਇੱਕ ਐਗਜ਼ਾਮਪਲ ਲੈਂਦੇ ਕਿ ਆਪਾਂ ਐਮਆਰਐਫ ਕਹਿੰਦੇ ਜੀ ਬਹੁਤ ਮਹਿੰਗਾ ਸ਼ੇਅਰ ਹੈ, ਜੇ ਐਮਆਰਐਫ ਦਾ ਜਿਹੜਾ ਸ਼ੇਅਰ ਹੈ ਤੁਹਾਨੂੰ 70,000 ਰੁਪਇਆ ਲਗਾ ਕੇ ਉਹਦੀ ਅਰਨਿੰਗ ਪਰ ਸ਼ੇਅਰ ਜਿਹੜੀ ਹੈਗੀ ਹੈ ਉਹ 50,000 ਰੁਪਇਆ, ਠੀਕ ਹੈ, ਤੇ ਕੀ ਉਹ ਮਹਿੰਗਾ ਲੱਗੂਗਾ ਹੁਣ ਆਪਾਂ ਨੂੰ? ਇਹ ਵੀ ਦੇਖੋ ਨਾ ਕਿ ਉਹਦੀ ਅਰਨਿੰਗ ਪਰ ਸ਼ੇਅਰ ਹੀ ਬਹੁਤ ਜ਼ਿਆਦਾ ਹੈ। ਤਾਂ ਆਪਾਂ ਨੂੰ ਸਿਰਫ ਰੇਟ ਬੇਸ ਤੇ ਨਹੀਂ ਕਹਿਣਾ ਕਿ ਸਰ 70,000 ਰੁਪਏ ਦਾ ਮਾਰਕੀਟ 'ਚ ਮਿਲਦਾ ਤਾਂ ਉਹ ਸ਼ੇਅਰ ਮਹਿੰਗਾ ਹੋ ਗਿਆ ਜੀ। ਜਦੋਂ ਉਹਦੀ ਅਰਨਿੰਗ ਪਰ ਸ਼ੇਅਰ ਦੀ ਜਿਹੜੀ ਕੈਪੈਸਿਟੀ ਹੈ ਹਨਾ ਉਹੀ ਬਹੁਤ ਜ਼ਿਆਦਾ ਹੈ। 70,000 ਰੁਪਇਆ ਲਗਾ ਕੇ ਆਪਾਂ ਮੰਨ ਲਓ 50,000 ਰੁਪਇਆ ਕਮਾ ਲਿਆ ਤਾਂ ਉਹ ਫਿਰ ਬੁਰਾ ਥੋੜੀ ਹੋ ਗਿਆ, ਉਹ ਮਹਿੰਗਾ ਥੋੜੀ ਹੋ ਗਿਆ। ਤਾਂ ਪੀਈ ਰੇਸ਼ੋ ਆਪਾਂ ਨੂੰ ਇਹੀ ਚੀਜ਼ ਦੱਸਦੀ ਹੈ ਕਿ ਅਰਨਿੰਗ ਪਰ ਸ਼ੇਅਰ ਬੇਸਿਸ ਤੇ ਆਪਾਂ ਇਹ ਰੇਸ਼ੋ ਕੱਢਦੇ ਹਾਂ ਕਿ ਕਿਸੇ ਵੀ ਸ਼ੇਅਰ ਦਾ ਜਿਹੜਾ ਅਰਨਿੰਗ ਪਰ ਸ਼ੇਅਰ ਦਾ ਜਿਹੜਾ ਮਾਰਕੀਟ ਚੋਂ ਆਪਾਂ ਨੂੰ ਕਿੰਨਾ ਪੈਸਾ ਕਮਾ ਕੇ ਦੇ ਸਕਦਾ ਹੈਗਾ, ਉਹਦੀ ਕੈਪੈਸਿਟੀ ਕਿੰਨੀ ਹੈ ਪੈਸਾ ਕਮਾਉਣ ਦੀ, ਉਹ ਚੀਜ਼ ਹੈ ਪੀਈ ਰੇਸ਼ੋ। ਕਲੀਅਰ ਹੈ ਜੀ? ਹਾਂਜੀ। ਨਹੀਂ ਤੇ ਇਹ ਸੈਕੰਡਲੀ ਇਹ ਸਾਲ ਚ ਹੋਏਗਾ ਕਿਵੇਂ? ਤੁਸੀਂ ਉਹ ਕਹਿ ਰਹੇ ਸੀ ਇੱਕ ਦਿਨ ਚ 7,000 ਰੁਪਏ ਕਮਾਏਗਾ। ਸਰ ਇੱਕ ਦਿਨ ਛੱਡ ਦਿਓ ਜੀ, ਅਰਨਿੰਗ ਪਰ ਸ਼ੇਅਰ ਜਦੋਂ ਆਪਾਂ ਨਾਰਮਲੀ ਕੀ ਕਰਦੇ ਹਾਂ, ਜਦੋਂ ਆਪਾਂ ਰਿਟਰਨਸ ਲੈਂਦੇ ਆ ਆਪਾਂ ਸਾਲ ਬਾਅਦ ਦੇਖਦੇ ਹਾਂ ਨਾ, ਬੈਲੈਂਸ ਸ਼ੀਟਾਂ ਸਾਲ ਬਾਅਦ ਚੇਂਜ ਹੁੰਦੀਆਂ, ਸਾਲ ਚੱਲਦਾ। ਓਕੇ ਠੀਕ ਹੈ। ਠੀਕ ਹੈ, ਇਹਨਾਂ ਲਾਲਚ ਨਾ ਕਰੋ ਕਿ ਇੱਕ ਦਿਨ ਚ ਆਪਾਂ 7,000 ਰੁਪਏ ਕੱਢਾਂਗੇ। ਨਹੀਂ ਤੁਸੀਂ ਉਹ ਐਗਜ਼ਾਮਪਲ ਹੀ ਏਦਾਂ ਸ਼ੁਰੂ ਕੀਤੀ ਨਾ ਤਾਂ ਪੁੱਛਿਆ। ਚਲੋ ਅਰਨਿੰਗ ਪਰ ਸ਼ੇਅਰ ਆਪਾਂ ਈਅਰਲੀ ਆਪਾਂ ਡਿਨੋਟ ਕਰਦੇ ਹਾਂ, ਠੀਕ ਹੈ। ਠੀਕ ਹੈ। ਓਕੇ ਜੀ, ਆਪਾਂ ਅੱਗੇ ਚੱਲਦੇ ਹਾਂ। ਐਸੈਟ ਟਰਨਓਵਰ ਰੇਸ਼ੋ। ਹੁਣ ਐਸੈਟ ਟਰਨਓਵਰ ਰੇਸ਼ੋ ਦੇਖੋ, ਐਸੈਟਸ ਕੀ ਸੀਗੇ ਜਿਨ੍ਹਾਂ ਤੋਂ ਆਪਾਂ ਨੂੰ ਕਮਾਈ ਹੁੰਦੀ ਹੈ ਨਾ, ਜਿਹੜੇ ਇਸ ਸਾਲ ਚੱਲ ਰਹੇ ਉਹ ਕਰੰਟ ਐਸੈਟਸ ਹੈ, ਅਦਰਵਾਈਜ਼ ਬਾਕੀ ਜਿੰਨੀਆਂ ਵੀ ਕੰਪਨੀ ਕੋਲੇ ਜਿੰਨੀ ਵੀ ਪ੍ਰਾਪਰਟੀਆਂ ਸਭ ਕੁਝ ਉਹ ਸਾਰਾ ਕੀ ਹੈ, ਐਸੈਟਸ ਹੈ। ਤਾਂ ਆਪਾਂ ਜਿਹੜੀ ਐਸੈਟ ਟਰਨਓਵਰ ਰੇਸ਼ੋ ਕੱਢਦੇ ਹੈਗੇ ਆ ਉਹ ਆਪਾਂ ਦੇਖਦੇ ਹਾਂ ਕਿ ਜਿੰਨੀ ਵੀ ਕੰਪਨੀ ਦੀ ਸੇਲਸ ਹੋ ਰਹੀਆਂ ਨੇ, ਠੀਕ ਹੈ, ਆਪਾਂ ਕੱਲ ਪ੍ਰੋਫਿਟ ਐਂਡ ਲਾਸ ਦੇ ਵਿੱਚ ਪੜਿਆ ਸੀਗਾ, ਜਿੰਨੀ ਵੀ ਕੰਪਨੀ ਦੀ ਜਿਹੜੀ ਨੈਟ ਸੇਲ ਹੋ ਰਹੀ ਹੈ ਉਹਨੂੰ ਆਪਾਂ ਟੋਟਲ ਐਸੈਟਸ ਦੇ ਨਾਲ ਡਿਵਾਈਡ ਕਰ ਦਿੰਦੇ ਹਾਂ, ਠੀਕ ਹੈ, ਕਿ ਕੰਪਨੀ ਆਪਦੇ ਐਸੈਟਸ ਤੋਂ ਕਿੰਨਾ ਕਮਾ ਰਹੀ ਹੈਗੀ ਹੈ। ਤਾਂ ਆਪਾਂ ਸੇਲਸ ਨੂੰ ਕੀ ਕੀਤਾ, ਟੋਟਲ ਐਸੈਟਸ ਨਾਲ ਡਿਵਾਈਡ ਕਰਤਾ। ਤੇ ਇੱਥੇ ਆਪਾਂ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਜਿਹੜੀ ਇਹ ਤੁਹਾਡੀ ਐਸੈਟ ਟਰਨਓਵਰ ਰੇਸ਼ੋ ਹੈ ਇਹ ਹਰ ਸਾਲ ਵੱਧਦੀ ਰਹਿਣੀ ਚਾਹੀਦੀ ਹੈ।
ਕਿ ਕੰਪਨੀ ਹਰ ਸਾਲ ਆਪਦੇ ਐਸੈਟਸ ਤੋਂ ਜ਼ਿਆਦਾ ਮੁਨਾਫਾ ਲੈ ਕੇ ਆ ਰਹੀ ਹੈ। ਕਲੀਅਰ? ਹਾਂਜੀ ਆਪਾਂ ਹਰ ਸਾਲ ਜਦੋਂ ਸਾਲ ਈਅਰ ਟੂ ਈਅਰ ਦੇਖਦੇ ਹਾਂ ਬੇਸਿਸ ਤੇ, ਤਾਂ ਹਮੇਸ਼ਾ ਜਿਹੜੀ ਤੁਹਾਡੀ ਐਸੈਟ ਟਰਨਓਵਰ ਰੇਸ਼ੋ ਉਹ ਵੱਧਦੀ ਰਹਿਣੀ ਚਾਹੀਦੀ ਹੈ ਹਰ ਸਾਲ। ਨੈਕਸਟ ਹੈ ਜੀ ਆਪਣੀ ਰਿਟਰਨ ਔਨ ਐਸੈਟਸ। ਠੀਕ ਹੈ, ਪਹਿਲਾਂ ਆਪਾਂ ਕੀ ਦੇਖਿਆ ਰਿਟਰਨ ਔਨ ਐਸੈਟ, ਪਹਿਲਾਂ ਆਪਾਂ ਕੀ ਦੇਖਿਆ ਸੀਗਾ ਕਿ ਟੋਟਲ ਸੇਲ ਹੈ, ਸੇਲ ਨੂੰ ਆਪਾਂ ਐਸੈਟਸ ਨਾਲ ਡਿਵਾਈਡ ਕੀਤਾ। ਹੁਣ ਆਪਾਂ ਨੈਟ ਪ੍ਰੋਫਿਟ ਨੂੰ ਕਰ ਰਹੇ ਹਾਂ। ਠੀਕ ਹੈ, ਕਿ ਕੰਪਨੀ ਪਹਿਲਾਂ ਆਪਾਂ ਦੇਖਿਆ ਵੀ ਸੇਲ ਕਿੰਨੇ ਦੀ ਹੋ ਰਹੀ ਹੈ ਐਸੈਟਸ ਦੇ ਬੇਸਿਸ ਤੇ, ਹੁਣ ਆਪਾਂ ਦੇਖਿਆ ਕਿ ਪ੍ਰੋਫਿਟ ਕਿੰਨਾ ਕਮਾ ਰਹੀ ਹੈ। ਠੀਕ ਹੈ, ਤਾਂ ਰਿਟਰਨ ਔਨ ਐਸੈਟਸ ਦਾ ਮਤਲਬ ਹੈ ਕਿ ਕੰਪਨੀ ਆਪਦੇ ਐਸੈਟਸ ਤੋਂ ਕਿੰਨਾ ਪ੍ਰੋਫਿਟ ਕਮਾ ਰਹੀ ਹੈ, ਉਹਨੂੰ ਆਪਾਂ ਰਿਟਰਨ ਔਨ ਐਸੈਟਸ ਕਹਿੰਦੇ ਆ। ਤੇ ਇਹਨੂੰ ਆਪਾਂ ਇਹ ਵੀ ਉਹੀ ਸੇਮ ਆਪਾਂ ਕੰਪੇਅਰ ਵਿਦ ਦ ਲਾਸਟ ਈਅਰ ਕਰਦੇ ਹਾਂ। ਠੀਕ ਹੈ, ਕਿ ਲਾਸਟ ਈਅਰ ਦੇ ਬਦਲੇ ਇਸ ਸਾਲ ਜਿਹੜਾ ਕੰਪਨੀ ਦਾ ਨੈਟ ਪ੍ਰੋਫਿਟ ਉਹ ਵਧਿਆ। ਠੀਕ ਹੈ, ਉਹਦੇ ਐਸੈਟਸ ਦੇ ਅਕੋਰਡਿੰਗ ਇਹ ਜਿਹੜੀ ਰੇਸ਼ੋ ਹੈ ਉਹ ਅਗੇਨ ਹਰ ਸਾਲ ਵਧਣੀ ਚਾਹੀਦੀ ਹੈ। ਕਲੀਅਰ ਹੈ ਜੀ? ਹਾਂਜੀ ਕੋਈ ਡਾਊਟ ਕਿਸੇ ਦਾ? ਸਰ ਫਿਰ ਪਿਛਲੇ ਵਾਲਾ ਕੀ ਸੀਗਾ ਜਿਹੜਾ ਐਸੈਟ ਟਰਨਓਵਰ ਰੇਸ਼ੋ ਆ? ਪਿਛਲਾ ਆਪਾਂ ਦੇਖਿਆ ਸੀਗਾ ਕਿ ਕੰਪਨੀ ਸੇਲ ਕਿੰਨੇ ਦੀ ਕਰ ਰਹੀ ਹੈ, ਕਿ ਐਸੈਟਸ ਦੇ ਬਿਹਾਫ ਤੇ ਆਪਾਂ ਦੇਖਿਆ ਕਿ ਉਹ ਸੇਲ ਕਿੰਨੇ ਦੀ ਕਰ ਰਹੀ ਹੈ। ਠੀਕ ਹੈ, ਸੇਲਸ ਓਵਰ ਟੋਟਲ ਐਸੈਟਸ। ਇਹਦੇ ਚ ਆਪਾਂ ਕੀ ਦੇਖਿਆ, ਪ੍ਰੋਫਿਟ ਓਵਰ ਟੋਟਲ ਐਸੈਟਸ। ਠੀਕ ਹੈ। ਇਹ ਚੀਜ਼ ਹੈ। ਕਲੀਅਰ ਵੀ ਸਭ ਨੂੰ? ਹਾਂਜੀ ਹਾਂਜੀ ओके नेक्स्ट चलिए। ਹੁਣ ਆਪਣੇ ਕੋਲ ਆ ਗਿਆ ਜੀ ਰਿਟਰਨ ਔਨ ਇਕੁਇਟੀ। ਇਹ ਬਹੁਤ ਇੰਪੋਰਟੈਂਟ ਰੇਸ਼ੋਜ਼ ਹੁੰਦੀਆਂ। ਠੀਕ ਹੈ, ਇਹਨੂੰ ਨਾਲ ਲਿਖ ਲਓ ਕਿ ਇੰਪੋਰਟੈਂਟ ਹੈ। ਰਿਟਰਨ ਔਨ ਇਕੁਇਟੀ, ਇਕੁਇਟੀ ਦਾ ਮਤਲਬ ਕੀ ਹੈ, ਨੈਟਵਰਥ। ਕਿ ਕੰਪਨੀ ਕਿੰਨੇ ਦੀ ਉਹਦੀ ਨੈਟਵਰਥ ਹੈ ਤੇ ਕਿੰਨੀ, ਬੇਸਿਕਲੀ ਮੰਨ ਲਓ ਆਪਾਂ ਕਹਿੰਦੇ ਕੋਈ 100 ਰੁਪਏ ਦੀ ਕੰਪਨੀ ਹੈ, ਉਸ ਉਹੀ ਗੱਲ ਉਹ ਜਿਹੜੀ ਆਪਾਂ ਸਟਾਰਟਿੰਗ ਦੀ ਗੱਲ ਕੀਤੀ ਸੀ ਐਗਜ਼ਾਮਪਲ ਨਾਲ, ਕਿ 100 ਰੁਪਏ ਦੀ ਕੰਪਨੀ ਕਿੰਨਾ ਪੈਸਾ ਕਮਾ ਸਕਦੀ ਹੈ। ਚਲੋ ਪ੍ਰੋਫਿਟ ਕਿੰਨਾ, 100 ਰੁਪਏ ਦੀ ਕੰਪਨੀ ਕਿੰਨਾ ਪ੍ਰੋਫਿਟ ਕਮਾ ਰਹੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਿਹੜੀ ਨੈਸਲੇ ਕੰਪਨੀ ਹੈ ਨਾ, ਆਲਮੋਸਟ ਉਹ ਕੀ ਕਰਦੀ ਹੈ ਕਿ 100 ਰੁਪਏ ਦੀ ਕੰਪਨੀ ਹੈ ਤੇ ਹਰ ਸਾਲ 100 ਰੁਪਏ ਹੀ ਕਮਾ ਲੈਂਦੀ ਹੈ। ਹੁਣ ਕੋਈ ਕੰਪਨੀ ਜੇ 100 ਰੁਪਏ ਦੀ ਹੈ ਤੇ ਹਰ ਸਾਲ 100 ਰੁਪਏ ਕਮਾ ਰਹੀ ਹੈ, ਇਹ ਵਧੀਆ ਕਿ ਮਾੜਾ, ਚੰਗੀ ਗੱਲ ਹੈ ਕਿ ਬੁਰੀ ਗੱਲ ਹੈ? ਚੰਗੀ ਗੱਲ ਹੈ ਜੀ। ਚੰਗੀ ਗੱਲ ਹੈ। ਪਰ ਆਪਾਂ ਇਹ ਫਿਰ ਰਿਟਰਨ ਔਨ ਇਕੁਇਟੀ ਦੇਖਦੇ ਹਾਂ ਕਿ ਜਿੰਨੇ ਦੀ ਕੰਪਨੀ ਹੈਗੀ ਹੈ, ਜਿੰਨਾ ਦਾ ਨੈਟਵਰਥ ਹੈ, ਉਹਦੇ ਬਿਹਾਫ ਤੇ ਕਿੰਨਾ ਪ੍ਰੋਫਿਟ ਕਮਾ ਰਹੀ ਹੈ। ਪਹਿਲਾਂ ਆਪਾਂ ਐਸੈਟਸ ਦੇ ਬਿਹਾਫ ਤੇ ਦੇਖਿਆ, ਫਿਰ ਆਪਾਂ ਉਹਦੀ ਨੈਟਵਰਥ ਦੇ ਬਿਹਾਫ ਤੇ ਦੇਖਦੇ ਹਾਂ ਕਿ ਇੰਨੇ ਕੰਪਨੀ ਦੀ ਨੈਟ ਵੈਲਿਊ ਇੰਨੀ ਹੈ ਜੀ, ਤੇ ਹਰ ਸਾਲ ਇੰਨਾ ਪ੍ਰੋਫਿਟ ਕੱਢ ਰਹੀ ਹੈ। ਕਲੀਅਰ ਹੈ? ਓਕੇ ਨੈਕਸਟ ਹੈ ਰਿਟਰਨ ਔਨ ਸੇਲਸ। ਪਹਿਲਾਂ ਆਪਾਂ ਐਸੈਟਸ ਦੇ ਉੱਪਰ ਦੇਖਿਆ ਰਿਟਰਨ ਔਨ ਐਸੈਟਸ, ਹੁਣ ਆਪਾਂ ਗੱਲ ਕਰ ਰਹੇ ਰਿਟਰਨ ਔਨ ਸੇਲਸ। ਇਹ ਵੀ ਕੀ ਹੈ, ਜਿੰਨਾ ਕੰਪਨੀ ਨੂੰ ਪ੍ਰੋਫਿਟ ਹੋਇਆ, ਠੀਕ ਹੈ, ਉਹਨੂੰ ਆਪਾਂ ਸੇਲਸ ਨਾਲ ਡਿਵਾਈਡ ਕਰਤਾ। ਹੈ ਕੁਛ ਨਹੀਂ, ਸਾਰੀਆਂ ਫਿਗਰਸ ਆਪਾਂ ਕੱਲ ਪੜ੍ਹੀਆਂ ਹੋਈਆਂ ਨੇ, ਬਸ ਆਪਾਂ ਡਿਵਾਈਡ ਕਰਕੇ ਕਿ ਰੇਸ਼ੋ ਦੇ ਬੇਸਿਸ 'ਚ ਉਹਨਾਂ ਨੂੰ ਕੱਢ ਲੈਂਦੇ ਆ ਕਿ ਰਿਟਰਨ ਔਨ ਸੇਲਸ ਕਿ ਕਿੰਨੇ ਦੀ ਸੇਲ ਹੋਈ ਹੈ ਤੇ ਉਸ ਸੇਲ ਦੇ ਵਿੱਚੋਂ ਕੰਪਨੀ ਨੂੰ ਪ੍ਰੋਫਿਟ ਕਿੰਨਾ ਹੋਇਆ। ਠੀਕ ਹੈ, ਆਪਾਂ ਕਈ ਵਾਰੀ ਦੇਖਦੇ ਨਾ ਕਿ ਸੇਲ ਤਾਂ ਮੰਨ ਲਓ 100 ਰੁਪਏ ਦੀ ਹੋਈ, ਪ੍ਰੋਫਿਟ ਉਹਨੂੰ 1 ਰੁਪਏ ਦੀ ਹੋਇਆ। ਇੱਕ ਪਾਸੇ ਆਪਾਂ ਦੇਖਿਆ ਕਿ 100 ਜਿਹੜੀ ਸੇਲ ਹੈ ਕੰਪਨੀ ਨੂੰ 50 ਰੁਪਏ ਦੀ ਕੀਤੀ, ਪਰ ਪ੍ਰੋਫਿਟ ਉਹਨੇ ਫਿਰ ਵੀ 2 ਰੁਪਏ ਕਰ ਲਿਆ। ਤਾਂ ਆਪਾਂ ਇਹ ਦੇਖਦੇ ਹਾਂ ਕਿ ਸੇਲਸ ਕਰਕੇ ਇਹ ਨਾ ਹੋਵੇ ਕਿ ਕੰਪਨੀ ਦੀ ਸੇਲ ਤਾਂ ਹਰ ਸਾਲ ਵੱਧ ਰਹੀ ਹੈ ਪਰ ਪ੍ਰੋਫਿਟ ਨਹੀਂ ਵੱਧ ਰਿਹਾ, ਜਾਂ ਪ੍ਰੋਫਿਟ ਉੱਥੇ ਹੀ ਖੜਿਆ। ਆਪਾਂ ਕਹਿੰਦੇ ਚਲੋ ਠੀਕ ਹੈ ਪ੍ਰੋਫਿਟ ਘਟਿਆ ਤਾਂ ਨਹੀਂ, ਪਰ ਸੇਲ ਵੱਧ ਰਹੀ ਹੈ, ਪ੍ਰੋਫਿਟ ਕੰਪਨੀ ਦਾ ਵੱਧ ਨਹੀਂ ਰਿਹਾ। ਤਾਂ ਫਿਰ ਆਪਾਂ ਇਹ ਦੇਖਦੇ ਹਾਂ, ਇਹਦੀ ਰੇਸ਼ੋ ਕੱਢਦੇ ਹਾਂ ਕਿ ਕੰਪਨੀ ਕੀ ਕਰਦੀ ਹੈ, ਜਿੰਨਾ ਵੀ ਕੰਪਨੀ ਦੀ ਸੇਲ ਕਰ ਰਹੀ ਹੈ ਉਹਦੇ ਬਿਹਾਫ ਤੇ ਉਹਦਾ ਜਿਹੜਾ ਪ੍ਰੋਫਿਟ ਹੈ ਉਹ ਹਰ ਸਾਲ ਵੱਧਦਾ ਜਾ ਰਿਹਾ ਕਿ ਨਹੀਂ ਵੱਧਦਾ ਜਾ ਰਿਹਾ। ਕਲੀਅਰ? ਇੱਕ ਸਰ ਲਾਸਟ ਡਾਊਟ ਆ, ਜਿਹੜੀ ROE ਆ ਰਿਟਰਨ ਔਨ ਇਕੁਇਟੀ, ਉਹ ਮਿਨੀਮਮ ਆਪਾਂ ਕਿੰਨੇ ਕੁ % ਦੇਖਾਂਗੇ? ਜਿੱਦਾਂ ਟਾਟਾ ਸਟੀਲ ਦਾ ਮੇਰੇ ਕੋਲ ਸ਼ੇਅਰ ਖੁੱਲਿਆ, ਉਹਦੀ ROE 10.13% ਆ। ਸਰ ਆਪਾਂ ਨੂੰ ਮਿਨੀਮਮ ਨਹੀਂ ਦੇਖਦੇ, ਆਪਾਂ ਨੂੰ ਮਿਨੀਮਮ ਚ ਨਹੀਂ ਦੇਖਦੇ, ਆਪਾਂ ਨੂੰ ਕੀ ਕਰਦੇ ਆ, ਆਪਾਂ ਨੂੰ ਕੰਪੇਅਰ ਕਰਦੇ ਆ ਫਰੋਮ ਲਾਸਟ ਈਅਰਸ ਦੇ ਨਾਲ, ਜਾਂ ਆਪਾਂ ਨੂੰ ਕਈ ਵਾਰੀ ਕੰਪੇਅਰ ਕਰ ਲੈਂਦੇ ਆ ਸੈਕਟਰਸ ਦੇ ਨਾਲ। ਠੀਕ ਹੈ, ਕੋਈ ਵੀ ਕੰਪਨੀ ਹੈ ਜਦੋਂ ROE ਆਪਾਂ ਦੇਖਦੇ ਆ ਤਾਂ ਆਪਾਂ ਬੇਸਿਕਲੀ ਕੀ ਕਰਦੇ ਆ ਉਹਨੂੰ, ਹੁਣ ਦੇਖੋ ਮੇਰੀ ਗੱਲ ਸੁਣੋ, ਤੁਹਾਡੀ ਸੈਲਰੀ ਹੈ, ਤੁਹਾਡੀ ਸੈਲਰੀ ਤੁਹਾਨੂੰ ਕੀ ਲੱਗਦਾ ਵੀ ਕਿੰਨੀ ਵਧਣੀ ਚਾਹੀਦੀ ਹੈ ਹਰ ਸਾਲ? ਮੰਨ ਲਓ ਕਿਸੇ ਬੰਦੇ ਦੀ 50,000 ਰੁਪਏ ਸੈਲਰੀ ਹੈ, ਕਿੰਨੀ ਵਧਣੀ ਚਾਹੀਦੀ ਹੈ ਉਹ? ਸਰ ਭਾਜੀ ਜਿੰਨਾ ਕੁ ਇਨਫਲੇਸ਼ਨ ਹੋ ਰਿਹਾ ਉਨੀ ਕੁ ਤਾਂ ਵਧਣੀ ਚਾਹੀਦੀ ਹੈ, ਕਿਉਂ ਜੀ? ਜਾਂ ਉਸ ਤੋਂ ਜ਼ਿਆਦਾ ਕਹਿ ਲਓ। ਜੇ 7% ਦਾ ਇਨਫਲੇਸ਼ਨ ਹੈ ਤਾਂ 10-12% ਵਧਣੀ ਚਾਹੀਦੀ ਹੈ।
ਮੈਂ ਚਾਹੁੰਦਾ ਕਿ ਸੈਲਰੀ ਤਾਂ ਭਾਵੇਂ ਤੁਹਾਡੀ 2 ਕਰੋੜ ਰੁਪਏ ਵੱਧ ਜੇ, ਜਿੰਨੀ ਵਧੂ ਕੋਈ ਮਾੜੀ ਗੱਲ ਥੋੜੀ ਹੈ। ਉਹ ਤਾਂ ਹੈ। ਠੀਕ ਹੈ ਨਾ, ਜੇ 50,000 ਤੁਹਾਨੂੰ ਅੱਜ ਮਿਲ ਰਿਹਾ, ਕੱਲ ਨੂੰ ਤੁਹਾਡਾ ਬੌਸ ਕਹੇ ਮੈਂ ਤੁਹਾਨੂੰ 1.5 ਕਰੋੜ ਦੇਣਾ, ਤੁਸੀਂ ਮਨਾ ਕਰ ਦੋਗੇ ਨਹੀਂ ਸਰ ਇਨਫਲੇਸ਼ਨ ਦਾ 7% ਹੈ ਜੀ, ਮੈਂ ਤਾਂ 12% ਦੇ ਦੋ। ਨਹੀਂ ਇਹ ਵੀ ਠੀਕ ਹੈ। ਠੀਕ ਹੈ ਨਾ, ਰਿਟਰਨ ਔਨ ਇਕੁਇਟੀ ਜਿੰਨੀ ਜ਼ਿਆਦਾ ਵੱਧ ਜੇ ਉਨੀ ਫਾਇਦੇਮੰਦ ਹੈ ਆਪਾਂ ਨੂੰ। ਹਾਂਜੀ ਹਾਂ, ਆਪਣੀ ਰਿਟਰਨ ਔਨ ਇਕੁਇਟੀ ਜਿੰਨੀ ਜ਼ਿਆਦਾ ਵਧੂਗੀ ਉਨੀ ਹੀ ਫਾਇਦੇਮੰਦ ਹੈ ਆਪਾਂ ਨੂੰ। ਇਹਦਾ ਕੋਈ ਮਿਨੀਮਮ ਉਹ ਨਹੀਂ ਹੈਗਾ ਵੀ ਇੰਨੀ ਵਧਣੀ ਚਾਹੀਦੀ ਹੈ ਇੰਨੀ ਘਟਣੀ ਚਾਹੀਦੀ ਹੈ, ਜਿੰਨੀ ਜ਼ਿਆਦਾ ਹੋ ਉਨੀ ਵਧੀਆ ਆਪਣੇ ਲਈ ਤਾਂ। ओके नेक्स्ट जी, अगेन अपनी बहुत इंपॉर्टेंट एक रेशियो है ग्रॉस मार्जिन। मार्जिन समझते हो की चीज होती है? ਗੈਪ। ਆਪਾਂ ਨਾਰਮਲ ਹਰ ਰੋਜ਼ ਆਪਾਂ ਗੱਲ ਕਰਦੇ ਆ, ਆਪਾਂ ਕਈ ਵਾਰੀ ਕਰਦੇ ਆ, ਮੰਨ ਲਓ ਆਪਾਂ ਜਾਂਦੇ ਆ, ਆਪਾਂ ਕੀ ਕਰਦੇ ਆ, ਕੋਈ ਬਾਇਰ ਹੈ ਕੋਈ ਸ਼ਾਪਕੀਪਰ ਹੈ ਨਾ, ਤਾਂ ਸ਼ਾਪਕੀਪਰ ਕੀ ਕਰਦਾ, ਆਪਾਂ ਕਹਿੰਦੇ ਜੀ ਘੱਟ ਕਰ ਲਓ, ਬੰਦਾ ਕਹਿੰਦਾ ਨਹੀਂ ਸਰ ਇਹ 'ਚ ਤਾਂ ਪਹਿਲਾਂ ਹੀ ਮਾਰਜਿਨ ਹੈ ਨਹੀਂਗਾ ਜੀ, ਕੀ ਘੱਟ ਕਰ ਲਈਏ, ਹੈ ਨਾ। ਉਹ ਮਾਰਜਿਨ ਕੀ ਚੀਜ਼ ਹੈ? ਮਾਰਜਿਨ ਹੈਗਾ ਕਿ ਮੰਨ ਲਓ ਤੁਸੀਂ ਕੋਈ ਪੈਨ ਬਣਾਇਆ, ਤੁਹਾਨੂੰ ਪੈਨ ਬਣਾਉਣ ਦੇ ਵਿੱਚ ਕੀ ਹੈ 10 ਰੁਪਏ ਲੱਗ ਗਏ, ਰॉ ਮਟੀਰੀਅਲ ਲਿਆਂਦਾ ਤੁਸੀਂ, ਉਹਨੂੰ ਪ੍ਰੋਸੈਸ ਕੀਤਾ, ਸਾਰਾ ਕੁਝ ਕੀਤਾ, 10 ਰੁਪਏ ਲੱਗ ਗਿਆ, ਤੁਸੀਂ ਉਹ ਪੈਨ ਅੱਗੇ 20 ਰੁਪਏ ਦਾ ਵੇਚਤਾ, ਤੇ ਕਿੰਨਾ ਮਾਰਜਿਨ ਮਿਲਿਆ ਤੁਹਾਨੂੰ? 10 ਰੁਪਏ ਦਾ ਮਾਰਜਿਨ ਮਿਲ ਗਿਆ। ਠੀਕ ਹੈ, ਮੈਂ ਅਗਲੇ ਸਾਲ ਇਹੀ ਮਾਰਜਿਨ ਵਧਾ ਕੇ 15 ਰੁਪਏ ਕਰਤਾ, ਤੇ ਦੱਸੋ ਮੈਨੂੰ ਪ੍ਰੋਫਿਟੇਬਲ ਹੈ ਕਿ ਲਾਸੇਬਲ ਹੈ? ਪ੍ਰੋਫਿਟੇਬਲ। ਉਹ ਪ੍ਰੋਫਿਟੇਬਲ ਹੋ ਗਿਆ ਨਾ, ਕਿ ਮੇਰਾ ਹਰ ਸਾਲ ਜਿਹੜਾ ਮਾਰਜਿਨ ਹੈ ਉਹ ਵੱਧਦਾ ਜਾ ਰਿਹਾ। ਪਰ ਕਈ ਵਾਰੀ ਕੀ ਹੁੰਦਾ, ਤੁਸੀਂ ਦੇਖੋਗੇ ਜਦੋਂ ਆਪਾਂ ਐਨੂਅਲੀ ਰਿਜ਼ਲਟ ਪੜ੍ਹਦੇ ਆ ਨਾ, ਤਾਂ ਕੰਪਨੀਆਂ ਦੇ ਸ਼ੇਅਰ ਜਿਹੜਾ ਪ੍ਰਾਈਸ ਆ ਉਹਦੇ ਉੱਪਰ ਨਾ ਗ੍ਰੋਸ ਮਾਰਜਿਨ ਦਾ ਬਹੁਤ ਇਫੈਕਟ ਪੈਂਦਾ। ਜਦੋਂ ਇੱਕ ਰਿਪੋਰਟ ਆ ਜਾਂਦੀ ਹੈ ਕਿ ਕੰਪਨੀ ਨੇ ਆਪਦਾ ਮਾਰਜਿਨ ਘਟਾਤਾ, ਮਾਰਜਿਨ ਘਟਾਉਣ ਦਾ ਮਤਲਬ ਕੀ ਹੋਇਆ ਕਿ ਕੰਪਨੀ ਦੇ ਖਰਚੇ ਤਾਂ ਸਾਰੇ ਕੁਝ ਉਨਾ ਹੀ ਰਿਹਾ, ਪਰ ਕੰਪਨੀ ਨੇ ਮਾਰਜਿਨ ਘਟਾਤਾ, ਚੀਜ਼ਾਂ ਸਸਤੀਆਂ ਕਰਕੇ ਵੇਚਣੀਆਂ ਸ਼ੁਰੂ ਕਰਤੀਆਂ, ਤਾਂ ਕੰਪਨੀ ਦਾ ਪ੍ਰੋਫਿਟ ਹੋਏਗਾ ਕਿ ਲਾਸ ਹੋਏਗਾ? ਲਾਸ। ਠੀਕ ਹੈ, ਲਾਸ ਹੋਏਗਾ। ਹੁਣ ਕਈ ਆਪਾਂ ਕਈ ਵਾਰੀ ਦੇਖਦੇ ਆ, ਇੱਕ ਤੁਹਾਨੂੰ ਮੈਂ ਗ੍ਰੋਸ ਮਾਰਜਿਨ ਦੀ ਗੱਲ ਦੱਸਦਾ, ਜਦੋਂ ਜੀਓ ਆਇਆ, ਜੀਓ ਨੇ ਆਉਣ ਸਾਰ ਕੀ ਕੀਤਾ, ਡਾਟਾ ਬਿਲਕੁਲ ਫ੍ਰੀ ਦਿੱਤਾ। ਜਦੋਂ ਡਾਟਾ ਫ੍ਰੀ ਦਿੱਤਾ, ਪਹਿਲਾਂ ਉਹੀ ਏਅਰਟੈਲ ਕੰਪਨੀ ਜਾਂ ਵੋਡਾਫੋਨ ਕੰਪਨੀ ਜਿਹੜੀ 1-1 GB ਨੂੰ ਵੀ 2-2 250 ਰੁਪਏ ਚ ਵੇਚਦੀ ਹੁੰਦੀ ਸੀ, ਠੀਕ ਹੈ, ਉਹਨਾਂ ਨੂੰ ਉਹ ਚੀਜ਼ਾਂ ਸਸਤੀਆਂ ਕਰਨੀਆਂ ਪਈਆਂ, ਹੁਣ ਉਹਨਾਂ ਨੂੰ 250 ਰੁਪਏ ਚ ਮਹੀਨਾ ਦੇਣਾ ਪੈ ਗਿਆ। ਕਿੱਥੇ 1 GB ਦਾ 200 ਰੁਪਏ ਜਾਂ 250 ਰੁਪਏ ਲੈਂਦੇ ਹੁੰਦੇ ਸੀ, ਕਿੱਥੇ ਹੁਣ 1 GB ਦਾ ਚਲੋ 10 ਰੁਪਏ ਰਹਿ ਗਏ। ਮਾਰਜਿਨ, ਮਸ਼ੀਨਰੀ ਤਾਂ ਉਹੀ ਵਰਕ ਕਰ ਰਹੀ ਹੈ, ਤਾਰਾਂ ਸਾਰਾ ਕੁਝ ਕੰਪਿਊਟਰ ਸਿਸਟਮ ਸਭ ਕੁਝ ਉਹੀ ਵਰਕ ਕਰ ਰਹੇ ਹੈ, ਪਰ ਉਹਨਾਂ ਦਾ ਮਾਰਜਿਨ ਘਟ ਗਿਆ। ਮਾਰਜਿਨ ਘਟ ਗਿਆ ਤਾਂ ਪ੍ਰੋਫਿਟ ਵੀ ਘਟ ਗਿਆ। ਤਾਂ ਆਪਾਂ ਦੇਖਦੇ ਹਾਂ ਕਿ ਜੇ ਕਿਸੇ ਕੰਪਨੀ ਦਾ ਹਰ ਸਾਲ ਮਾਰਜਿਨ ਵਧ ਰਿਹਾ ਤੇ ਚੰਗੀ ਗੱਲ ਹੈ। ਠੀਕ ਹੈ, ਕਿਉਂਕਿ ਮਾਰਜਿਨ ਹੀ ਹੈ ਜਿਹੜਾ ਤੁਹਾਨੂੰ ਐਂਡ ਪ੍ਰੋਫਿਟ ਲੈ ਕੇ ਆਉਂਦਾ ਕਿ ਹਾਂਜੀ ਸਾਡਾ ਇੰਨਾ ਮਾਰਜਿਨ ਹੈ। ਕਲੀਅਰ? ਹਾਂਜੀ ਚਲੋ ਜੀ, ਅੱਜ ਤੱਕ ਦੇ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਆਪਣਾ ਇੱਥੇ ਖਤਮ ਹੁੰਦਾ। ਆਪਾਂ ਸਾਰੀਆਂ ਰੇਸ਼ੀਓਜ਼ ਕਰ ਲਈਆਂ। ਹੁਣ ਇੱਕ ਵਾਰੀ ਅਗਲੀ ਬੁੱਕ ਵੱਲ ਦੇਖ ਲਓ ਜਿੱਥੇ ਤੁਸੀਂ ਨੋਟ ਡਾਊਨ ਕੀਤਾ, ਜੇ ਕੋਈ ਡਾਊਟ ਹੈ ਤਾਂ ਮੈਨੂੰ ਪੁੱਛ ਲਓ। ਕੀ ਕਹਿੰਦੇ ਨੇ ਭਾਜੀ, ਮੇਨ ਰੇਸ਼ੀਓਜ਼ ਇਹੀ ਨੇ ਕਿ ਹੋਰ ਵੀ ਹੁੰਦੀਆਂ ਨੇ? ਆਪਾਂ ਇਹੀ ਰੇਸ਼ੀਓਜ਼ ਦੇਖਣੀਆਂ ਨੇ। ਰੇਸ਼ੋ ਬਹੁਤ ਜ਼ਿਆਦਾ ਹੈਗੀਆਂ ਨੇ, ਪਰ ਆਪਾਂ ਜ਼ਿਆਦਾ ਕਰਦੇ ਆਪ ਨੂੰ ਕਨਫਿਊਜ਼ ਨਹੀਂ ਕਰਨਾ ਹੈਗਾ। ਜਿੱਦਾਂ ਆਪਾਂ ਰੇਸ਼ੋ ਦੀ ਗੱਲ ਕਰੀਏ, ਰੇਸ਼ੋ ਤਾਂ ਖਤਮ ਹੀ ਨਹੀਂ ਹੁੰਦੀਆਂ, ਪਰ ਜਿੰਨੀਆਂ ਆਪਾਂ ਨੂੰ ਚਾਹੀਦੀਆਂ ਨੇ ਉਹ ਸਾਰੀਆਂ ਮੇਨ ਰੇਸ਼ੋਜ਼ ਇਹਦੇ ਵਿੱਚ ਹੈ। ਬਸ ਆਪਾਂ ਇਹਨਾਂ ਦੇ ਬਿਹਾਫ ਤੇ ਇੱਕ ਪ੍ਰੋਪਰ ਵਧੀਆ ਕੰਪਨੀ ਨੂੰ ਸਿਲੈਕਟ ਕਰ ਸਕਦੇ ਹਾਂ। ਠੀਕ ਹੈ। ਹਾਂਜੀ ਜੀ ਸਰ, ਸਾਰਾ ਫੰਡਾਮੈਂਟਲ ਦੇ ਪਾਰਟ ਹੈ ਜੀ, ਟੈਕਨੀਕਲ ਦਾ ਆਪਾਂ ਸਟਾਰਟ ਹੀ ਨਹੀਂ ਕੀਤਾ। ਅੱਜ ਇੱਥੋਂ ਤੱਕ ਆਪਣੇ ਜਿਹੜੇ ਫੰਡਾਮੈਂਟਲਸ ਹੈ ਉਹ ਸਾਰੇ ਖਤਮ ਹੋ ਗਏ। ਫੰਡਾਮੈਂਟਲ ਆਪਣੇ ਕਲੀਅਰ ਹੋ ਗਏ। ਹੁਣ ਤੁਸੀਂ ਕੀ ਕਰਨਾ ਹੈਗਾ, ਕੱਲ ਨੂੰ ਇੱਕ ਤਾਂ ਫੰਡਾਮੈਂਟਲ ਦੇ ਬੇਸਿਸ ਤੇ ਕੰਪਨੀਆਂ ਨੂੰ ਸਰਚ ਕਰਨਾ ਹੈਗਾ। ਠੀਕ ਹੈ, ਸੈਕਿੰਡ ਅੱਜ ਨਾ ਹੁਣ ਆਪਾਂ ਕੱਲ ਤੋਂ ਆਪਾਂ ਟੈਕਨੀਕਲ ਕਰਾਂਗੇ, ਤਾਂ ਤੁਸੀਂ ਟ੍ਰੇਡਿੰਗ ਵਿਊ ਇੱਕ ਸਾਈਟ ਹੈ, ਉਹਦੇ ਚ ਆਪਣਾ ਨਾ ਲੌਗਇਨ ਕਰ ਲਓ, ਉਹਦੇ ਚ ਆਪਦਾ ਇੱਕ ਅਕਾਊਂਟ ਬਣਾ ਲਓ ਟ੍ਰੇਡਿੰਗ ਵਿਊ ਦੇ ਉੱਪਰ। ਫਿਰ ਆਪਾਂ ਨੂੰ ਕੋਈ ਜ਼ਰੂਰਤ ਪਏਗੀ ਜਦੋਂ ਆਪਾਂ ਟੈਕਨੀਕਲ ਐਨਾਲਿਸਿਸ ਕਰਾਂਗੇ। ਠੀਕ ਹੈ, ਫ੍ਰੀ ਹੈ ਇਹ। ਤੁਸੀਂ ਇਹ ਪੈਸੇ ਮੰਗੂਗਾ ਵੀ ਹਾਂਜੀ ਤੁਸੀਂ ਸਾਡਾ ਸਬਸਕ੍ਰਿਪਸ਼ਨ ਪਲਾਨ ਲੈ ਲਓ, ਕੁਝ ਨਹੀਂ ਲੈਣਾ, ਉਹਨੂੰ ਕੈਨਸਲ ਕਰ ਦਿਓ। ਸਿੰਪਲੀ ਬਸ ਆਦਾ ਰਜਿਸਟਰ ਕਰਵਾ ਲਓ। ਆਪਾਂ ਫਿਰ ਸਾਰੇ ਜਿਹੜੇ ਚਾਰਟ ਰੀਡਿੰਗ ਕਰਾਂਗੇ, ਕੈਂਡਲ ਪੈਟਰਨਸ ਫਿਕਸ ਕਰਾਂਗੇ, ਉਹ ਸਾਰੇ ਆਪਾਂ ਇੱਥੋਂ ਕਰਾਂਗੇ। ਠੀਕ ਹੈ, ਇੱਕ ਮਿੰਟ, ਸਭ ਦਾ ਅਕਾਊਂਟ ਖੁੱਲ ਚੁੱਕਿਆ ਜੀ ਡੀਮੈਟ? ਹਾਂਜੀ ਹਾਂਜੀ ਸਰ। ਕੋਈ ਤੁਹਾਡੇ ਚੋਂ ਇਹੋ ਜਿਹਾ ਤਾਂ ਨਹੀਂ ਜਿੰਨਾ ਹਜੇ ਤੱਕ ਡੀਮੈਟ ਅਕਾਊਂਟ ਨਹੀਂ ਓਪਨ ਕਰਵਾਇਆ?
ਸਰ ਮੇਰਾ ਨਹੀਂ ਹੋਇਆ ਵਾਲੇ ਨੇ ਕੀਤਾ ਸੀ 4 ਦਿਨ ਤੋਂ ਤੇ ਉਹਨਾਂ ਨੇ ਅਜੇ ਤੱਕ ਭੇਜਿਆ ਨਹੀਂ ਯੂਜ਼ਰ ਪਾਸਵਰਡ। ਹਰਮਨ ਆਵਾਜ਼ ਕਲੀਅਰ ਨਹੀਂ ਆ ਰਹੀ ਤੁਹਾਡੀ। ਸਰ ਮੈਂ ਐਂਜਲ ਵਨ ਤੇ ਕੀਤਾ ਸੀ ਪਰ ਉਹ ਓਪਨ ਹੋਇਆ ਨਹੀਂ ਅਜੇ ਤੱਕ। ਓਕੇ ਕਦੋਂ ਕੀਤਾ ਸੀਗਾ ਜੀ ਤੁਸੀਂ? ਮੈਨੂੰ ਹੋ ਗਏ 4 ਦਿਨ, ਸੰਡੇ ਨੂੰ ਕੀਤਾ ਸੀ। ਓਕੇ ਓਕੇ ਠੀਕ ਹੈ ਕੋਈ ਨਹੀਂ, ਤੁਸੀਂ ਇੱਕ ਵਾਰੀ ਮੇਲ ਚੈੱਕ ਕਰ ਲਓ, ਮੇਲ ਦੇ ਵਿੱਚ ਤੁਹਾਨੂੰ ਉਹਦਾ ਯੂਜ਼ਰ ਆਈਡੀ ਪਾਸਵਰਡ ਆ ਜਾਏਗਾ। ਇਸ ਨੂੰ ਕੋਈ ਜ਼ਰੂਰਤ ਹੈ ਨਹੀਂ, ਆਪਾਂ ਕਾਰਡ ਦੇ ਨਹੀਂ ਜ਼ਰੂਰਤ ਹੋਊਗੀ, ਐਂਜਲ ਵਨ ਦੀ ਨਹੀਂ ਜ਼ਰੂਰਤ, ਮੇਰੇ ਕੋਲ ਮਤਲਬ ਕਾਰਡ ਦੀ ਜ਼ਰੂਰਤ ਹੈ ਜਿਹੜਾ ਮੈਂ ਯੂਜ਼ ਕਰ ਰਿਹਾ। ਸਰ ਜਿਹੜਾ ਮਰਜ਼ੀ ਅਕਾਊਂਟ ਹੈ, ਬਸ ਮੇਨ ਗੱਲ ਹੈ ਕਿ ਤੁਹਾਡੇ ਕੋਲ ਡੀਮੈਟ ਅਕਾਊਂਟ ਹੋਣਾ ਚਾਹੀਦਾ। ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਹੁਣ ਆਪਾਂ ਫੰਡਾਮੈਂਟਲਸ ਕਰ ਲਿਆ, ਹੁਣ ਆਪਾਂ ਜਲਦੀ ਹੀ ਕੋਈ ਨਾ ਕੋਈ ਆਪਾਂ ਟ੍ਰੇਡ ਵੀ ਲਵਾਂਗੇ, ਲੌਂਗ ਦੀ ਜਾਂ ਸਵਿੰਗ ਦੀ ਕੋਈ ਟ੍ਰੇਡ ਲਵਾਂਗੇ, ਠੀਕ ਹੈ। ਤਾਂ ਤੁਹਾਡੇ ਕੋਲ ਫਿਰ ਉਹ ਅਕਾਊਂਟ ਰੈਡੀ ਹੋਣਾ ਚਾਹੀਦਾ, ਉਹ 'ਚ ਥੋੜੇ ਬਹੁਤ ਪੈਸੇ ਪਵਾ ਲਓ ਆਪਣੇ, ਤਾਂ ਆਪਾਂ ਹੁਣ ਹੌਲੀ ਟ੍ਰੇਡ ਲੈਣੀ ਸਟਾਰਟ ਕਰਾਂਗੇ ਆਪਾਂ। ਸਰ ਮੇਰੇ ਕੋਲ ਗਰੋ ਐਪ ਆ, ਗਰੋ 'ਚ ਅਕਾਊਂਟ, ਗਰੋ ਵੀ ਠੀਕ ਹੈ, ਕੋਈ ਜਿਹੜਾ ਵੀ ਤੁਸੀਂ ਅਕਾਊਂਟ ਯੂਜ਼ ਕਰ ਰਹੇ ਹੋ, ਜਿਹੜਾ ਤੁਹਾਨੂੰ ਜ਼ਿਆਦਾ ਬੈਟਰ ਲੱਗ ਰਿਹਾ ਹੈਗਾ, ਠੀਕ ਹੈ। ਆਪਾਂ ਉਸੇ ਚੀਜ਼ ਆਪਾਂ ਦਾ ਮੇਨ ਗੱਲ ਕੀ ਹੈ, ਆਪਾਂ ਦਾ ਟ੍ਰੇਡ ਲਾਣੀ ਹੈ, ਠੀਕ। ਭਾਵੇਂ ਤੁਸੀਂ ਉਹਦੇ ਜਰੀਏ ਲੈ ਲਓ, ਚਾਹੇ ਤੁਸੀਂ ਕਿਸੇ ਹੋਰ ਦੇ ਜਰੀਏ ਲੈ ਲਓ, ਕੋਈ ਗੱਲ ਨਹੀਂ। ਉਹ ਸੇਮ ਹੀ ਮਿਲਦੀ ਸਬਸਟੀਟਿਊਟ। ਸਰ ਜਿਵੇਂ ਹੁਣ ਕਰੋ ਕਿਸੇ ਹੋਰ ਮੈਂਬਰ ਦੇ ਨਾਮ ਤੇ ਲੈ ਲਓ ਨਾ। ਹਾਂਜੀ ਸਰ, ਜਿਵੇਂ ਹੁਣ ਆਪਾਂ ਨੇ ਨਾ ਜਦੋਂ ਫੰਡਾਮੈਂਟਲ ਕੀਤੇ ਨੇ ਜੀ, ਹਾਂਜੀ ਜਦੋਂ ਆਪਾਂ ਇਸ ਤੇ ਟੈਕਨੀਕਲੀ ਪ੍ਰੈਕਟੀਕਲੀ ਵਰਕ ਕਰਾਂਗੇ, ਚੀਜ਼ਾਂ ਰਿਪੀਟ ਹੋ ਜਾਣਗੀਆਂ ਤੇ ਤੁਹਾਨੂੰ ਹੋਰ ਥੋੜੀ ਜਿਹੀ ਮਤਲਬ ਕਲੈਰਿਟੀ ਮਿਲ ਜਾਊਗੀ। ਜਦੋਂ ਆਪਾਂ ਨੇ ਕੋਈ ਮਤਲਬ ਪਾਰਟੀਕੂਲਰ ਕੰਪਨੀ ਦਾ ਟ੍ਰੇਡ ਲੈਣਾ ਹੈਗਾ, ਮਤਲਬ ਉਹ ਵੀ ਜਿਹੜੀ ਆਪਾਂ ਚੀਜ਼ਾਂ ਸਾਰੀ ਪੂਰੀਆਂ ਦੇਖਾਂਗੇ, ਹੈ ਨਾ। ਪਤਾ ਕੀ ਹੈ, ਫੰਡਾਮੈਂਟਲ ਕੰਪਨੀ ਨੂੰ ਸਿਲੈਕਟ ਕਰਦੇ ਆ। ਅਸਲ ਵਿੱਚ ਮੈਂ ਦੱਸਦਾ ਕੀ ਹੁੰਦਾ ਫੰਡਾਮੈਂਟਲ ਨਹੀਂ ਮੈਂ ਤਾਂ ਇਹ ਗੱਲ ਹੈਗਾ, ਜਿੱਦਾਂ ਕਿ ਫਾਰ ਐਗਜ਼ਾਮਪਲ ਮੈਂ ਆਪਣੇ ਕੱਲ੍ਹ ਦੀ ਕੰਪਨੀ ਸਿਲੈਕਟ ਸਪਨੀ ਆਵਾਜ਼ ਨਹੀਂ हेलो, हाँ जी सर, सर आ रही है आवाज? हेलो, हाँ जी सर, ਹੁਣ ਆਵਾਜ਼ ਸਹੀ ਆ ਰਹੀ ਹੈ? हाँ जी सर, हाँ जी सर, मैं कह रहा ਜਿਹੜੀਆਂ ਗੱਲਾਂ ਆਪਾਂ ਨੇ ਸਿੱਖੀਆਂ ਨੇ ਹੁਣ ਤੱਕ, ਆਪਾਂ ਇਹਨੂੰ ਐਗਜ਼ੀਕਿਊਟ ਤਾਂ ਕਰਾਂਗੇ ਨਾ ਇੱਕ ਵਾਰੀ, ਹੈ ਨਾ ਯਾਰ। ਪ੍ਰੈਕਟੀਕਲੀ ਆਪਾਂ ਮਤਲਬ ਕੋਈ ਚੀਜ਼ ਟ੍ਰੇਡ ਆਪਾਂ ਲਵਾਂਗੇ, ਬਿਲਕੁਲ ਸਰ ਕਰਾਂਗੇ ਜੀ ਆਪਾਂ। ਹਾਂ ਚਲੋ ਉੱਥੇ ਮਤਲਬ ਇੱਕ ਚੀਜ਼ ਦਾ ਆਪਣਾ ਰੀਕੈਪ ਜਾਂ ਕੁਝ ਆਪਾਂ ਫੰਡਾਮੈਂਟਲ ਆਪਾਂ ਬੈਲੈਂਸ ਸ਼ੀਟਸ ਪੜ੍ਹਨੀਆਂ ਆਪਾਂ ਸਿੱਖ ਲਈਆਂ ਨੇ। ਹੁਣ ਤੁਸੀਂ ਕਰੋ ਬੈਲੈਂਸ ਸ਼ੀਟ ਪੜ੍ਹ ਕੇ ਲੈ ਕੇ ਆਓ। ਠੀਕ ਹੈ ਕੰਪਨੀ ਸਿਲੈਕਟ ਨਿਫਟੀ 50 ਦੀਆਂ ਕੰਪਨੀਆਂ ਸਿਲੈਕਟ ਕਰੋ, ਗੂਗਲ ਤੇ ਜਾਓ, ਨਿਫਟੀ 50 ਸਰਚ ਕਰੋ, ਜਿਹੜੀਆਂ ਉਹਦੀਆਂ ਟੌਪ ਕੰਪਨੀਆਂ ਹੋਣਗੀਆਂ ਉਹਨਾਂ ਦੀਆਂ ਬੈਲੈਂਸ ਸ਼ੀਟਸ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹਾਂਜੀ ਇਹ ਵਾਲੀ ਕੰਪਨੀ ਦੀ ਬੈਲੈਂਸ ਸ਼ੀਟ ਵਧੀਆ, ਇਸ ਵਾਲੀ ਦੀ ਘਟੀਆ, ਆਪਾਂ ਇਹ ਵਾਲੀ ਕੰਪਨੀ ਸਿਲੈਕਟ ਕਰਨੀ ਹੈ। ਸਟਾਰਟ ਕਰੋ। ਹਾਂਜੀ ਹਾਂਜੀ ਸਰ, ਉਹ ਤਾਂ ਚਲੋ ਦੇਖ ਜਿਹੜਾ ਮੇਰਾ ਆਵਾਜ਼ ਥੋੜੀ ਐ ਲੱਗ ਰਹੀ ਹੈ, ਮਾਈਕ ਤੋਂ ਥੋੜਾ ਦੂਰ ਬੈਠੇ ਹੁੰਦੇ ਨੇ, ਥੋੜੀ ਆਵਾਜ਼ ਗੂੰਜੀ ਰਹੀ ਹੈ ਜੀ। ਚਲੋ ਕੋਈ ਗੱਲ ਨਹੀਂ ਸਰ, ਆਪਾਂ ਕੱਲ ਤੇ ਦੇਖ ਲਾਂਗੇ। ਸਰ ਇੱਕ ਹੋਰ ਕੁਐਸਚਨ ਸੀਗਾ, ਜਿੱਦਾਂ ਤੁਸੀਂ ਉਹ ਵੀ ਸਮਝਾਓਗੇ, ਜਿੱਦਾਂ ਕੋਈ ਇੱਕ ਸ਼ੇਅਰ ਆ 150 ਉਹਨੇ ਹਾਈਐਸਟ ਮਾਰਿਆ ਹੋਇਆ ਇੱਕ ਸਾਲ ਦੇ ਵਿੱਚ, ਤੇ ਲੋਐਸਟ ਮੰਨ ਲਓ ਉਹਨੇ 50 ਰੁਪਈਸ ਮਾਰਿਆ ਹੋਇਆ, ਤੇ ਵੀ ਉਹਦਾ ਹੁਣ ਪ੍ਰਾਈਸ ਚੱਲ ਰਿਹਾ 120, ਤੇ ਵੀ ਇਹ ਆਪਣਾ ਵੀ ਕਦੋਂ ਕੁ ਰਾਈਟ ਟਾਈਮ ਹੋਊਗਾ ਬਾਏ ਦਾ, ਵੀ ਉਹ ਵੀ